ਰਹਿਓ ਦੇ ਦੇ ਵੇਖੈ ਹੁਕਮ ਚਲਾਏ, ਜਿਉ ਜੀਆ ਕਾ ਰਿਜਕ ਪਿਓ। ਜਗਤ ਗੁਰੂ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਜਿਸ ਸਮੇਂ ਬਾਬਾ ਮਹਿਤਾ ਕਾਲੂ ਜੀ ਨੇ ਜਗਤ ਦੇ ਮਾਲਕ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੰਡਤ ਦੇ ਪਾਸ ਪੜ੍ਹਾਉਣ ਵਾਸਤੇ ਲੈ ਕੇ ਗਏ। ਇੱਕ ਦਿਨ ਸਤਿਗੁਰੂ ਪਾਤਸ਼ਾਹ ਜੀ ਪੜ੍ਹੇ, ਦੂਜੇ ਦਿਨ ਉਸ ਪੰਡਤ ਵਿਦਵਾਨ ਨੂੰ ਉਪਦੇਸ਼ ਬਖਸ਼ਿਆ ਜੋ ਪੱਟੀ ਲਿਖੀ। ਸਤਿਗੁਰੂ ਪਾਤਸ਼ਾਹ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਪੰਡਤ ਪਾਂਧੇ ਨੂੰ ਉਪਦੇਸ਼ ਬਖਸ਼ਦੇ ਹੋਏ ਸਰਬ ਸਾਂਝੀ ਵਾਲਤਾ ਦਾ ਸਤਿਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਹੈ। ਖੱਤਰੀ ਬ੍ਰਹਿਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਦਿੰਦੇ ਨੇ। ਜੈ ਝੂਰ ਮਰਹੁ ਕਿਆ ਪ੍ਰਾਣੀ, ਜੋ ਕਿਛ ਦੇਣਾ ਸੋ ਦੇ ਰਹੇ ਆ। ਝੱਜੇ ਅੱਖਰ ਦਾ ਇਹ ਸਿਧਾਂਤ ਹੈ ਕਿ ਜਗਤ ਦੇ ਲੋਕੋ ਪ੍ਰਾਣੀਓ, ਤੁਸੀਂ ਝੂਰ ਕਰਕੇ ਕਿਉਂ ਮਰਦੇ ਹੋ? ਦਿਨ ਰਾਤ ਚਿੰਤਾਵਾਂ ਵਿੱਚ ਦੁੱਖਾਂ ਵਿੱਚ ਤੁਹਾਡੀ ਆਦਵਲਾ ਬਤੀਤ ਹੁੰਦੀ ਹੈ। ਜੋ ਕੁਝ ਦੇਣਾ ਹੈ ਉਸ ਦਾਤੀ ਪਰਵਦਗਾਰ ਨੇ ਸੋ ਦੇ ਰਿਹਾ ਹੈ। ਦੇ ਦੇ ਵੇਖੈ ਹੁਕਮ ਚਲਾਏ, ਜਿਉ ਜੀਆਂ ਕਾ ਰਿਜਕ ਪਿਆ। ਕਿਉਂਕਿ ਭੇਖ ਖਜ਼ਾਨੇ ਵਿੱਚ ਜਿਉਂ ਜਿਉਂ ਜੀਆਂ ਦੀ ਰਿਜਕ ਦਾ ਲੇਖ ਪਾਇਆ ਹੈ, ਕਿਉਂਕਿ ਆਪਣਾ ਲੇਖ ਧੁਰੋਂ ਲਿਖਿਆ ਹੋਇਆ ਹੈ। ਪਰਾਲੱਭ ਦੇ ਅਨੁਸਾਰ ਆਪਾਂ ਨੂੰ ਉਹ ਮਿਲਣਾ ਹੈ। ਪਰਾਰਬਲ ਦੇ ਅਨੁਸਾਰ ਜੋ ਕੁਝ ਲਿਖਿਆ ਉਹ ਵਸ਼ ਮਿਲੇਗਾ, ਉਸ ਨੂੰ ਕੋਈ ਖੋ ਨਹੀਂ ਸਕਦਾ। ਤਿਉਂ ਤਿਉਂ ਦੇ ਕੇ ਵੇਖਦਾ ਹੈ, ਹੁਕਮ ਵਿੱਚ ਸਭ ਨੂੰ ਰੱਖਦਾ ਹੈ ਵਾਹਿਗੁਰੂ। ਕਿਉਂਕਿ ਉਹ ਦਾਤਾ ਇੱਕ ਦਾ ਨਹੀਂ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਉਹ ਸਭਨਾ ਜੀਵਾਂ ਦਾ ਦਾਤਾ ਹੈ, ਸਭਨਾ ਨੂੰ ਰੋਜੀ ਦਿੰਦਾ ਹੈ। ਸਤਿਗੁਰੂ ਕਲਗੀਧਰ ਮਹਾਰਾਜ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੀ ਪਾਵਨ ਵਚਨ ਨੇ ਕਿ ਮਨੁੱਖ ਦੇ ਔਗਣ ਤੇ ਪਾਪਾਂ ਨੂੰ ਦੇਖਦਾ ਹੋਇਆ ਵੀ ਮੇਰਾ ਪ੍ਰਭੂ ਪਾਲਣਾ ਕਰਦਾ ਹੈ, ਰੋਜੀ ਦਿੰਦਾ ਹੈ। ਐਸਾ ਦਇਆ ਦਾ ਸਮੁੰਦਰ, ਐਸਾ ਦਿਆਲੂ ਕਿਰਪਾਲੂ ਹੈ ਮੇਰਾ ਵਾਹਿਗੁਰੂ। ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ, ਪਰ ਦੇਤ ਨਾ ਹਾਰੈ। ਜੈ ਨਦਰ ਕਰੇ ਜਾ ਦੇਖਾਂ, ਦੂਜਾ ਕੋਈ ਨਾਹੀ। ਏਕੋ ਰਵ ਰਹਿਆ ਸਭ ਥਾਈ, ਏਕ ਵਸਿਆ ਮਨ ਮਾਹੀ। ਯਈਐ ਨਦਰ ਕਰੇ ਜਾ ਵੇਖਾਂ, ਦੂਜਾ ਕੋਈ ਨਾਹੀ। ਗਿਆਨ ਦ੍ਰਿਸ਼ਟੀ ਕਰਕੇ ਦੇਖੀਏ ਤਾਂ ਪਰਮਾਤਮਾ ਬਿਨਾਂ ਦੂਜਾ ਕੋਈ ਨਜ਼ਰ ਨਹੀਂ ਆਉਂਦਾ। ਸਭਨਾ ਵਿੱਚ ਬੈਠਾ ਹੈ ਮੇਰਾ ਵਾਹਿਗੁਰੂ। ਜਹ ਜਹ ਪੇਖੋ ਤਹ ਹਜੂਰ, ਉਹ ਹਾਜ਼ਰਾ ਹਜੂਰ ਹੈ, ਕਿਤੇ ਦੂਰ ਵੀ ਨਹੀਂ ਰਹਿੰਦਾ। ਇੱਕ ਹੀ ਵਾਹਨ ਸਦਵ ਸਥਾਨਾਂ ਵਿੱਚ ਰਮਣ ਕਰਦਾ ਹੈ। ਉਹੀ ਇੱਕ ਸਭਨਾ ਦੇ ਮਨ ਵਿੱਚ ਵੀ ਬੈਠਾ ਹੈ। ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ, ਜਨਾਂ ਦੇ ਅੰਗ ਸੰਗ ਵਰਤਦਾ ਹੈ। ਐ ਕਹਿ ਟੰਚ ਕਰੋ ਕਿਆ ਪ੍ਰਾਣੀ, ਘੜੀ ਕੇ ਮੋਹਤ ਕੇ ਉੱਠ ਚੱਲਣਾ। ਜੂ ਐ ਜਨਮ ਨਾ ਹਾਰੋ ਆਪਣਾ, ਭਾਜ ਪੜੋ ਤੁਮ ਹਰ ਸਰਣਾ। ਪਾਤਸ਼ਾਹ ਫਰਮਾਉਂਦੇ ਨੇ ਕਿ ਪੰਡਤ ਜੀ, ਐ ਕਾ ਅੱਖਰ ਇਹ ਕਹਿੰਦਾ ਹੈ ਕਿ ਪ੍ਰਾਣੀਓ ਟਿਚਕਾਰੀਆਂ, ਹੁਜਤਾਂ, ਤਰਕਾਂ
ਟੰਟੇ ਕਿਆ ਕਰਦੇ ਹੋ, ਟੰਟੈ ਟੰਚ ਕਰੋ ਕਿਆ ਪ੍ਰਾਣੀ। ਘੜੀ ਕੇ ਮੋਹਤ ਕੇ ਉੱਠ ਚੱਲਣਾ, ਸਦੀਵੀ ਆਪਾਂ ਰਹਿਣਾ ਨਹੀਂ ਜਾਣਾ ਪਵੇਗਾ। ਇਹ ਖੁਜਤਾਂ ਤਰਕਾਂ ਕਿਆ ਕਰਦੇ ਹੋ, ਘੜੀ ਅੱਧੀ ਘੜੀ ਨੂੰ ਚਲੇ ਜਾਣਾ ਹੈ, ਪਤਾ ਨਹੀਂ ਕਦੋਂ ਵਾਰੀ ਆ ਜਾਣੀ ਹੈ। ਅਲਪ ਕਾਲ ਜਿਉਣਾ ਹੈ, ਇਹ ਸੰਸਾਰ ਰੂਪ ਜੂਏ ਵਿੱਚ ਆਪਣੇ ਜਨਮ ਪਦਾਰਥ ਨੂੰ ਮਤ ਖਾਰੋ। ਤੁਸੀਂ ਭੱਜ ਕੇ ਹਰੀ ਦੀ ਸ਼ਰਨ ਵਿੱਚ ਜਾ ਪਵੋ, ਜਨਮ ਸਫਲ ਕਰੋ। ਠਠੈ ਠਾਂਡ ਵਰਤੀ ਤਿਨ ਅੰਤਰ, ਹਰ ਚਰਣੀ ਜਿਨ ਕਾ ਚਿਤ ਲਾਗਾ। ਚਿਤ ਲਾਗਾ ਸਈ ਜਨ ਨਿਸਤਰੇ, ਤੋ ਪ੍ਰਸਾਦੀ ਸੁਖ ਪਾਇਆ। ਠੱਠੇ ਅੱਖਰ ਦੁਆਰੇ ਸਤਿਗੁਰੂ ਉਪਦੇਸ਼ ਦਿੰਦੇ ਨੇ, ਹੇ ਪੰਡਤ ਜੀ, ਤਿਨਾਂ ਦੇ ਅੰਤਰ ਸ਼ਾਂਤੀ ਵਸਦੀ ਹੈ। ਜਿਨ੍ਹਾਂ ਦਾ ਵਾਹਿਗੁਰੂ ਦੇ ਚਰਨਾਰ ਬਿੰਦ ਵਿੱਚ ਮਨ ਲੱਗਿਆ, ਜਿਨ੍ਹਾਂ ਦਾ ਚਿੱਤ ਲੱਗਿਆ, ਉਹ ਪੁਰਖ ਸੰਸਾਰ ਸਮੁੰਦਰ ਤੋਂ ਤਰ ਗਏ। ਤਿੰਨ ਹੀ ਦੇ ਪ੍ਰਸਾਦ ਸੇ ਔਰ ਜੀਵਾਂ ਨੇ ਵੀ ਸੁਖ ਪਾਇਆ। जब चित लग्या तब प्रसादी कृपा करने वाले परमेश्वर का सुख पाया है। डडै डंफ करो क्या प्राणी, जो किश होआ सो सब चलना। तिसै सरेवो तां सुख पावो, सर्ब निरंतर रव रह्यो। हे पंडित जी, ਡੱਡਾ ਅੱਖਰ ਇਹ ਸਿਧਾਂਤ ਪ੍ਰਗਟ ਕਰਦਾ ਹੈ ਕਿ ਦੰਭ ਵਿਸਤਾਰ ਹੀ ਪ੍ਰਾਣੀਓ, ਪਖੰਡ ਤੁਸੀਂ ਕਿਆ ਕਰਦੇ ਹੋ। ਜੋ ਕੁਝ ਉਤਪਤ ਹੋਇਆ ਸੋ ਸਭ ਚੱਲਣਾ ਨਾਸ ਹੋ ਜਾਣਾ ਹੈ। ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜੋ ਦੇਖਦੇ ਆ ਨਾਸ ਹੋ ਜਾਵੇਗਾ, ਸਦੀਵੀ ਨਹੀਂ ਰਹਿਣਾ। ਜੋ ਸਭਨਾਂ ਦੇ ਅੰਤਰ ਰਮਣ ਕਰ ਰਿਹਾ ਹੈ ਮੇਰਾ ਵਾਹਿਗੁਰੂ, ਤਿਸ ਕੋ ਸੇਵੋਗੇ, ਉਸ ਮਾਲਕ ਪਰਵਤਗਾਰ ਦੀ ਸ਼ਰਨ ਲਵੋਗੇ, ਜਪੋਗੇ ਨਾਮ ਨੂੰ ਸੁਖ ਪਾਵੋਗੇ। ਡੈ ਟਾਹੇ ਉਸਾਰੈ ਆਪੇ, ਜਿਉ ਤਿਸ ਭਾਵੈ ਤਿਵੈ ਕਰੇ। ਕਦ ਕਦ ਵੇਖੈ ਹੁਕਮ ਚਲਾਏ, ਤਿਸ ਨਿਸਤਾਰੇ ਜਾ ਕੋ ਨਦਰ ਕਰੇ। हे पंडित जी, ਢੱਡਾ ਅੱਖਰ ਦਾ ਇਹ ਸਿਧਾਂਤ ਹੈ ਕਿ ਨਾਸ ਕਰਨਾ ਫਿਰ ਉਤਪੰਨ ਕਰਨਾ ਆਪ ਹੀ ਮੇਰਾ ਵਾਹਿਗੁਰੂ ਕਰਦਾ ਹੈ। ਸਾਜਦਾ ਵੀ ਆਪ ਹੈ, ਉਹ ਲੈ ਵੀ ਆਪ ਕਰਦਾ, ਨਾਸ ਵੀ ਆਪ ਕਰਦਾ। ਜੈਸੇ ਤਿਸ ਨੂੰ ਚੰਗਾ ਲੱਗਦਾ ਤਿਸ ਪ੍ਰਕਾਰ ਕਰਦਾ ਹੈ ਮੇਰਾ ਵਾਹਿਗੁਰੂ ਪਰਮੇਸ਼ਰ। ਸੰਸਾਰ ਨੂੰ ਰਚ ਰਚ ਕੇ ਦੇਖਦਾ ਹੈ, ਆਪਣੇ ਹੁਕਮ ਵਿੱਚ ਜੀਵਾਂ ਨੂੰ ਰੱਖਦਾ ਹੈ। ਉਹ ਐਸਾ ਮਾਲਕ ਹੈ ਜਿਸ 'ਤੇ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ ਅਤੇ ਇਸ ਨੂੰ ਤਾਰ ਦਿੰਦਾ ਹੈ। ਨਾਨੈ ਰਵਤ ਰਹੈ ਘਟ ਅੰਤਰ, ਹਰ ਗੁਣ ਗਾਵੈ ਸੋਈ। ਆਪੇ ਆਪ ਮਲਾਏ ਕਰਤਾ, ਪੁਨਰਪ ਜਨਮ ਨਾ ਹੋਈ। ਇਹ ਪੰਡਤ ਜੀ, ਨਾਣੇ ਅੱਖਰ ਦਾ ਇਹ ਸਿਧਾਂਤ ਹੈ ਕਿ ਜੋ ਹਿਰਦੇ ਦੇ ਅੰਦਰ ਚਿੰਤਨ ਕਰਦਾ ਹੈ ਮੇਰੇ ਵਾਹਿਗੁਰੂ, ਸੋਈ ਬਾਹਰ ਬਾਣੀ ਕਰਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ, ਜਿਸ ਨੂੰ ਕਰਤਾ ਪੁਰਖ ਆਪ ਹੀ ਆਪਣੇ ਵਿੱਚ ਮਿਲਾ ਲੈਂਦਾ ਹੈ। ਫਿਰ ਨਿਹਚੇ ਕਰਕੇ ਜਿਸ ਨੂੰ ਜਨਮ ਤੇ ਮਰਨ ਨਹੀਂ ਹੁੰਦਾ। ਤਤੈ ਤਾਰੂ ਭਵ ਜਲ ਹੋਆ, ਤਾਂ ਕਾ ਅੰਤ ਨਾ ਪਾਇਆ। ਨਾ ਤਰ ਨਾ ਤੁਲਹਾ ਹਮ ਬੂਢਸ, ਤਾਰ ਲੈ ਤਾਰਣ ਰਾਇਓ। ਕਿ ਪੰਡਤ ਜੀ, ਤੱਤੇ ਅੱਖਰ ਦਾ ਇਹ ਸਿਧਾਂਤ ਹੈ। ਇਹ ਭਵਜਲ ਸਮੁੰਦਰ ਸੰਸਾਰ ਅਥਾਹ ਰੂਪ ਹੋ ਰਿਹਾ ਹੈ। ਬਿਨਾਂ ਗਿਆਨ ਤੋਂ ਇਸ ਦਾ ਅੰਤ ਕਿਸੇ ਨੇ ਨਹੀਂ ਪਾਇਆ। ਇਸ ਪ੍ਰਕਾਰ ਬੇਨਤੀ ਕਰੀਏ ਕਿ ਹੇ ਮੇਰੇ ਵਾਹਿਗੁਰੂ ਪਰਵਤਗਾਰ, ਨਾ ਤੋਂ ਮੈਂ ਭੁਜਾ ਦੇ ਬਲ ਕਰਕੇ ਤਰਨਾ ਜਾਣਦਾ ਹਾਂ,
ਮੁਝ ਪਾਸ ਸਾਧਨਾ ਦਾ ਬਲ ਵੀ ਨਹੀਂ ਹੈ, ਨਾ ਸਾਡੇ ਪਾਸ ਗਿਆਨ ਰੂਪ ਜਹਾਜ਼ ਹੈ, ਨਾ ਪ੍ਰੇਮ ਰੂਪ ਤੁਲਹਾ ਹੈ। ਕਿ ਮੇਰੇ ਤਾਰਨ ਵਾਲਿਆ ਪਰਿਪੂਰਨ ਪਰਮਾਤਮਾ ਮਹਾਰਾਜ ਸਾਨੂੰ ਤਾਰ ਲੈ। ਤਥੈ ਥਾਨ ਥਨਾੰਤਰ ਸੋਈ, ਜਾ ਕਾ ਕੀਆ ਸਭ ਹੋਆ। ਕਿਆ ਭਰਮ ਕਿਆ ਮਾਇਆ ਕਹੀਐ, ਜੋ ਤਿਸ ਭਾਵੈ ਸੋਈ ਭਲਾ। ਇਹ ਪੰਡਿਤ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਪੰਡਿਤ ਸਨਮੁਖ ਬੈਠਾ ਹੈ। ਪਾਤਸ਼ਾਹ ਕਹਿਣ ਲੱਗੇ, ਇਹ ਪੰਡਿਤ ਜੀ, ਥੱਥੇ ਅੱਖਰ ਦਾ ਇਹ ਸਿਧਾਂਤ ਹੈ, ਇਹ ਵਿਚਾਰ ਹੈ ਕਿ ਜਿਸ ਦਾ ਕੀਤਾ ਹੋਇਆ ਸਭ ਹੋਇਆ ਹੈ। ਸਭ ਸਥਾਨਾਂ ਵਿੱਚ, ਥਾਂ ਥਨੰਤਰਾਂ ਵਿੱਚ ਸੋਈ ਪਰਮਾਤਮਾ ਹੈ। ਜੋ ਪਰਮਾਤਮਾ ਨੂੰ ਭਾਵੇ ਸੋਈ ਭਲਾ ਮੰਨ ਕੇ, ਜੋ ਪ੍ਰਸੰਨ ਰਹੇ ਤਬ ਤਿਸ ਨੂੰ ਭਰਮ ਕਿਆ। ਮਾਇਆ ਕਿਆ ਕਰ ਸਕਦੀ ਹੈ, ਕੁਝ ਨਹੀਂ ਕਰ ਸਕਦੀ। ਦਦੈ ਦੋਸ ਨਾ ਦੇਊ ਕਿਸੈ, ਦੋਸ ਕਰਮਾ ਆਪਣਿਓ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨੋ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਦੱਦੇ ਅੱਖਰ ਦਾ ਇਹ ਸਿਧਾਂਤ ਵਿਚਾਰ ਹੈ ਕਿ ਕਿਸੇ ਨੂੰ ਦੋਸ਼ ਦੇਣਾ ਉਚਿਤ ਨਹੀਂ ਹੈ। ਦੋਸ਼ ਆਪਣੇ ਕਰਮਾਂ ਦਾ ਹੈ। ਚੰਗਿਆਈਆਂ ਵਰਿਆਈਆਂ ਵਾਚੈ ਧਰਮ ਹਦੂਰ। ਧਰਮ ਰਾਜ ਦੇ ਹਜੂਰ ਵਿਚਾਰ ਹੁੰਦਾ ਪੁੰਨਾਂ ਤੇ ਪਾਪਾਂ ਦਾ, ਚੰਗੇ ਤੇ ਮਾੜਿਆਂ ਦਾ, ਮਨਮੁਖ ਤੇ ਗੁਰਮੁਖਾਂ ਦਾ। ਕਿਸੇ ਨੂੰ ਦੋਸ਼ ਦੇਣਾ ਉਚਿਤ ਨਹੀਂ। ਦੋਸ਼ ਆਪਣੇ ਕਰਮਾਂ ਦਾ। ਉਹ ਕਰਮ ਵੀ ਮਨੁੱਖ ਨੇ ਸਵੈਮ ਉਹ ਬੀਜ ਬੀਜੇ ਨਹੀਂ, ਉਹ ਵੱਢਦਾ ਹੈ। ਜੇ ਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਜਿਵੇਂ ਜ਼ਿਮੀਂਦਾਰ ਕਣਕ ਛੋਲੇ ਆਦਿਕ ਜੋ ਵੀ ਬੀਜ ਬੀਜਦਾ ਉਹ ਵੱਢਦਾ ਖੱਟਦਾ ਹੈ। ਇਹ ਤਨ ਵੀ ਧਰਤੀ ਦੀ ਨਿਆਈ, ਜੈਸਾ ਕਰਮ ਰੂਪੀ ਬੀਜ ਇਸ ਵਿੱਚ ਬੀਜਾਂਗੇ, ਇੱਕ ਦਿਨ ਆਵੇਗਾ ਵੱਢਣਾ ਪਵੇਗਾ। ਉਹ ਕਰਮ ਬੀਜਿਆ ਅਜਾਈ ਨਹੀਂ ਜਾਂਦਾ, ਅਵਸ਼ ਵੱਢਣਾ ਪੈਂਦਾ। ਫਿਰ ਮਨੁੱਖ ਰੋਂਦਾ ਤੇ ਕਰਲਾਉਂਦਾ, ਦੂਜੇ ਨੂੰ ਦੋਸ਼ ਦਿੰਦਾ ਹੈ, ਆਪਣੇ ਕੀਤੇ ਕਰਮਾਂ ਨੂੰ ਭੁੱਲ ਜਾਂਦਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਦੱਦੈ ਦੋਸ ਨਾ ਦੇਊ ਕਿਸੈ, ਦੋਸ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨਾ। ਜੋ ਤੂੰ ਕੀਤਾ ਸੀ ਉਹ ਪਾ ਲਿਆ। ਐਸੇ ਜਾਣ ਔਰ ਜਨਾਂ ਨੂੰ ਦੋਸ਼ ਨਾ ਦੇ। ਦੋਸ਼ ਤੇਰੇ ਕਰਮਾਂ ਦਾ ਹੈ, ਨਾ ਕਿਸੇ ਮਨੁੱਖ ਦਾ ਦੋਸ਼, ਨਾ ਉਸ ਪ੍ਰਭੂ ਦਾ ਦੋਸ਼। ਕਿਉਂਕਿ ਉਸ ਪਰਵਤਗਾਰ ਦਾ ਨਿਯਮ, ਇਹ ਮਰਿਆਦਾ ਹੈ, ਉਹ ਕਰਮ ਫਲ ਪ੍ਰਦਾਤਾ ਹੈ। ਉਹ ਕਰਮਾਂ ਦੇ ਜ਼ਰੀਏ ਮਨੁੱਖ ਨੂੰ ਦੁੱਖ ਤੇ ਸੁੱਖ ਦਿੰਦਾ। ਜੋ ਮਨੁੱਖ ਅਵਸ਼ ਉਹ ਭੋਗਦਾ ਹੈ, ਭੋਗੈ ਬਿਨ ਭਾਗੈ ਨਹੀਂ। ਕਰਮ ਗਤੀ ਬਲਵਾਨ ਅਵਸ਼ ਭੋਗਣੀ ਪੈਂਦੀ ਹੈ। ਧਰਦੈ ਧਾਰ ਕਲਾ ਜਿਨ ਛੋਡੀ, ਖਾਦ ਚੀਜੀ ਜਿਨ ਰੰਗ ਕੀਓ। ਤਿਸ ਦਾ ਦੀਆ ਸਭਨੀ ਲੀਆ, ਕਰਮੀ ਕਰਮੀ ਹੁਕਮ ਪਿਓ। ਧੱਦੇ ਅੱਖਰ ਦਾ ਇਹ ਸਿਧਾਂਤ ਹੈ ਕਿ ਜਿਸ ਪਰਿਪੂਰਨ ਪਰਮਾਤਮਾ ਖੁਦਾ ਅੱਲਾਹ ਤਾਲਾ ਨੇ ਸਰਬੱਤਰ ਵਿੱਚ ਆਪਣੀ ਸ਼ਕਤੀ ਧਾਰਨ ਕਰ ਦਿੱਤੀ ਹੈ। ਸਭਨਾਂ ਵਿੱਚ ਉਸਦੀ ਸ਼ਕਤੀ ਹੈ। ਸਤਾ ਸਫੁਰਤੀ ਪ੍ਰਭੂ ਦਿੰਦਾ। ਆਪਾਂ ਬੋਲਦੇ ਹਾਂ, ਵਿਚਰਦੇ ਹਾਂ, ਵਿਹਾਰ ਧੰਦੇ ਕਰਦੇ ਹਾਂ। ਹਰ ਇੱਕ ਚੀਜ਼ਾਂ ਵਿੱਚ ਜਿਸ ਨੇ ਆਨੰਦ ਕੀਤਾ ਹੈ, ਮੇਰੇ ਵਾਹਿਗੁਰੂ ਪਰਵਰਦਗਾਰ ਨੇ। ਹਰ ਰੰਗ ਦੀ ਚੀਜ਼ਾਂ ਨੂੰ ਜਿਸ ਨੇ ਸਾਜਿਆ ਹੈ, ਕਿਉਂਕਿ ਰਚਣਹਾਰ ਪਰਿਪੂਰਨ ਪਰਮਾਤਮਾ ਹੀ ਹੈ। ਫਿਰ ਆਪਣੀ ਸਤਾ ਧਾਰਨ ਕਰਕੇ ਛੱਡੀ ਹੈ, ਤਿਸ ਦਾ ਦਿੱਤਾ ਸਭਨਾਂ ਨੇ ਲਿਆ। ਆਪਣੇ ਆਪਣੇ ਕਰਮਾਂ ਦੇ ਅਨੁਸਾਰ ਤਿਸ ਦਾ ਹੁਕਮ ਪੜਿਆ ਹੈ। ਤਿਸ ਦਾ ਦੀਆ ਸਭਨੀ ਲੀਆ, ਕਰਮੀ ਕਰਮੀ ਹੁਕਮ ਪਿਆ।
ਨਨੈ ਨਾ ਭੋਗ ਨਿਤ ਭੋਗ, ਨਾ ਡੀਠਾ ਨਾ ਸੰਭਲਿਓ। ਗਲੀ ਹੋਂ ਸੁਹਾਗਣ ਭੈਣੀ, ਕੰਤ ਨ ਕਬਹੂ ਮੈਂ ਮਿਲਿਓ। हे ਪੰਡਿਤ ਜੀ, ਨੰਦਾ ਅੱਖਰ ਇਹ ਸਿਧਾਂਤ ਪ੍ਰਗਟ ਕਰਦਾ ਹੈ ਕਿ ਪਤੀ ਦੇ ਦਿੱਤੇ ਹੋਏ ਭੋਗ ਜੀਵ ਨਿਤ ਭੋਗਦਾ ਹੈ। ਪਤੀ ਪਰਮੇਸ਼ਰ ਦੇ ਦਿੱਤੇ ਸਰਬ ਇੰਦਰੀਆਂ ਦੁਆਰੇ ਨਿਤ ਪ੍ਰਤੀ ਹੀ ਭੋਗ ਭੋਗਦਾ ਹੈ। ਜੋ ਇੰਦਰੀ ਨੇ ਆਪਣੇ ਨੇਤਰ ਨੇ, ਕੰਨ ਨਾਸਕ ਆਦਿ ਆਪਣੇ ਆਪਣੇ ਵਿਸ਼ੇ ਕਦੀ ਖਿੱਚਦੇ ਨੇ। ਨਿਤ ਹੀ ਇਹ ਜੀਵ ਭੋਗ ਭੋਗਦਾ ਹੈ। ਨਾ ਡੀਠਾ ਨਾ ਪਰੋਖ ਹੋਇਆ, ਨਾ ਪਰੋਖ ਰੂਪ ਜਾਣ ਕੇ ਇਸ ਦਾ ਸਿਮਰਨ ਕੀਤਾ। ਬਾਤਾਂ ਵਿੱਚ ਤੁਖੰਤਾ ਤੇ ਮਮਤਾ ਵਾਲੀ ਜੀਵ ਇਸਤਰੀਆਂ ਵੀ ਸੁਹਾਗਣੀਆਂ ਬਣੀਆਂ ਹੋਈਆਂ ਨੇ, ਪਰੰਤੂ ਮਮਤਾ ਕਰਕੇ ਕੰਤ ਪਿਆਰਾ ਕਦੇ ਮਿਲਿਆ ਨਹੀਂ। ਬੰਚਕ ਭਗਤੀ ਹੈ, ਸੱਚੀ ਨਹੀਂ। ਪਪੈ ਪਾਤਸ਼ਾਹੋ ਪਰਮੇਸ਼ਰ, ਵੇਖਣ ਕੋ ਪਰ ਪੰਚ ਕੀਆ। ਦੇਖੈ ਬੂਝੈ ਸਭ ਕਿਛ ਜਾਣ, ਅੰਤਰ ਬਾਹਰ ਰਵ ਰਹਿਓ। हे ਪੰਡਿਤ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਨਮੁਖ ਪੰਡਿਤ ਬੈਠਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਪੰਡਿਤ ਜੀ, ਇਹ ਪੱਪੇ ਅੱਖਰ ਦਾ ਇਹ ਸਿਧਾਂਤ ਹੈ ਕਿ ਪਰਮੇਸ਼ਰ ਪਾਤਸ਼ਾਹ ਹੈ, ਰਾਜਿਆਂ ਦਾ ਰਾਜਾ ਹੈ। ਰਾਜਾਨ ਰਾਜ, ਕੈਸਾ ਰਾਜਾ? ਉਹ ਵੱਡਿਆਂ ਤੋਂ ਵੱਡਾ ਪਾਤਸ਼ਾਹ ਹੈ। ਕੋ ਖਲ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਉਸ ਹਰੀ ਦੇ ਸਮਾਨ ਕੋਈ ਜਗਤ ਦਾ ਰਾਜਾ ਵੀ ਨਹੀਂ। ਇਸਨੇ ਸੰਸਾਰ ਆਪਣੇ ਦੇਖਣੇ ਨੂੰ ਬਣਾਇਆ ਹੈ। ਪਾਤਸ਼ਾਹ ਕਲਗੀਧਰ ਮਹਾਰਾਜ ਜੀ ਦੇ ਵੀ ਪਾਵਨ ਬਚਨ ਨੇ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣੇ ਆਇਓ ਜਗਤ ਤਮਾਸ਼ਾ। ਕਿ ਦੇਖਣ ਹੀ ਆਏ, ਕਿਉਂਕਿ ਉਹ ਆਪ ਤਰਲੋਕੀ ਦਾ ਮਾਲਕ, 10ਵੇਂ ਗੁਰੂ ਨਾਨਕ, 10ਵੇਂ ਅਵਤਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜੋ ਪਾਤਸ਼ਾਹ ਪਾਵਨ ਬਚਨ ਕਹਿੰਦੇ ਨੇ, ਪੱਪੈ ਪਾਤਸ਼ਾਹੋ ਪਰਮੇਸ਼ਰ, ਵੇਖਣ ਕੋ ਪਰਪੰਚ ਕੀਆ। ਆਪਣੇ ਦੇਖਣੇ ਨੂੰ ਬਣਾਇਆ ਹੈ। ਨਿਰੰਕਾਰ ਨੂੰ ਇੱਛਾ ਹੋਈ, ਉਸ ਅਕਾਲ ਪੁਰਖ ਨੂੰ ਇੱਛਾ ਹੋਈ ਕਿ ਇੱਕ ਤੋਂ ਮੈਂ ਅਨੇਕ ਹੋ ਜਾਵਾਂ। ਜੋ ਇਸ ਪ੍ਰਪੰਚ ਦੇ ਜੀਵਾਂ ਦੇ ਕਰਮਾਂ ਨੂੰ ਦੇਖਦਾ ਔਰ ਬੂਝੇ, ਉਹ ਸੁਣਦਾ ਵੀ ਹੈ। ਜੋ ਕੁਝ ਹਿਰਦੇ ਦੀ ਇੱਛਾ, ਤਿੰਨ ਸਭ ਨੂੰ ਜਾਣਦਾ ਹੈ ਮੇਰਾ ਵਾਹਿਗੁਰੂ। ਕੁਝ ਲੁਕਿਆ ਛੁਪਿਆ ਉਸ ਦਾਤੇ ਤੋਂ ਨਹੀਂ, ਉਹ ਤਾਂ ਹਿਰਦੇ ਘਰ ਵਿੱਚ ਬੈਠਾ ਹੈ। ਜੋ ਅੰਤਰ ਬਾਹਰ ਵਿਆਪਕ ਹੈ ਮੇਰਾ ਪਰਿਪੂਰਨ ਪਰਮਾਤਮਾ। ਫਫੈ ਫਾਹੀ ਸਭ ਜਗ ਫਾਸਾ, ਜਮ ਕੈ ਸੰਗਲ ਬੰਧ ਲਿਓ। ਗੁਰ ਪ੍ਰਸਾਦੀ ਸੇ ਨਾਰੇ ਉਬਰੇ, ਜੇ ਹਰ ਸਰਣਾਗਤ ਭਜ ਪਿਓ। हे ਪੰਡਿਤ ਜੀ, ਫੱਫੇ ਅੱਖਰ ਦਾ ਇਹ ਸਿਧਾਂਤ ਹੈ। ਮੋਹ ਰੂਪੀ ਫਾਂਸੀ ਵਿੱਚ ਸਾਰਾ ਜਗਤ ਫਸਿਆ ਹੋਇਆ। ਮੋਹ ਦੀ ਫਾਂਸ ਵਿੱਚ ਸਾਰਾ ਜਗਤ ਫਸਿਆ ਹੈ। ਜਮਾਂ ਨੇ ਅੰਤ ਨੂੰ ਸੰਗਲਾਂ ਦੇ ਵੇਖੇ ਫਿਰ ਬੰਧ ਲਿਆ, ਜੋ ਮੋਹ ਦੀ ਫਾਂਸੀ ਵਿੱਚ ਬੰਧਿਆ ਹੈ। ਗੁਰੂ ਦੀ ਕਿਰਪਾ ਤੇ ਸੋ ਪੁਰਸ਼ ਇਸ ਫਾਂਸੀ ਤੋਂ ਬਚਿਆ ਹੈ, ਜਿਨ੍ਹਾਂ ਦਾ ਸਮੁਦਾਓ ਹਰੀ ਦੀ ਸ਼ਰਨਾਗਤ ਦੇ ਵਿੱਚ ਦੌੜ ਕੇ ਪੈ ਗਏ। ਬੱਬੈ ਵਾਰੀ ਖੇਲਣ ਲਾਗਾ, ਚੌਪੜ ਕੀਤੇ ਚਾਰ ਜੁਗਾਂ। ਜੀ ਜੰਤ ਸਭ ਸਾਰੀ ਕੀਤੇ, ਪਾਸਾ ਢਾਲਣ ਆਪ ਲਗਾ। हे ਪੰਡਿਤ ਜੀ, ਬੱਬੇ ਅੱਖਰ ਦਾ ਸਿਧਾਂਤ ਤਾਤਪਰਜ ਇਹ ਹੈ ਕਿ ਪਰਿਪੂਰਨ ਪਰਮਾਤਮਾ ਜਦ ਬਾਜੀ ਖੇਲਣ ਲੱਗਾ, ਮਾਇਆ ਦੁਆਰੇ ਪ੍ਰਪੰਚ ਦੀ ਰਚਨਾ ਕਰਨ ਲੱਗਾ, ਪਰਿਪੂਰਨ ਪਰਮਾਤਮਾ ਏਕਾ ਮਾਈ ਜੁਗਤ ਵਿਆਈ। ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ।
ਬ੍ਰਹਮਾ ਜੀ ਨੂੰ ਸੇਟੀ ਰਚਨ ਲਾਇਆ। शिव जी महाराज लै करते ने, विष्णु भगवान जी पालना करते ने। जिव जिव हुक्म तिवै तिवकार, हुक्म परिपूर्ण परमात्मा का ही चलता है। पातशाह फरमाते ने, बब्बै बाजी खेलन लागा, चौपड़ कीते चार जुगां, चार जुग चौपड़ स्थान कीते ने, संपूर्ण छोटे बड़े जीव नर दा रूप कीते ने। सतयुग त्रेता दुआपर कल युग, चार युग ने। चार ही वेद रचे ने, चार खाणियां दे जीव ने। परमेश्वर आप तिन्ना गुणा रूप पासा ढालने लगा। तिन गुणा करके जीवां नूं उत्तम मध्यम नीच गति नूं प्राप्त करता है। रजो गुण, तमो गुण ते सतो गुण, तिन्ना गुणा विच जगत संसार आपां विचरदे हां। भवै पाले से फल पावे, गुर प्रसादी जिन को पाव्या। मन मुख फिरे न चेत है मूरे, लख 84 फेर पयो। गुरु नानक देव महाराज जी बचन कहन लगे, हे पंडित जी, भब्बे अखर का ये विचार है। ऐसे वाहे गुरु नूं सो खोजदे ने, गुरु की कृपा करके जिन्हां दे हिरदे विच भै प्राप्त होया, सोई मोक्ष नूं फल पाउंदे ने। जो मूर्ख मनमुख होए फिरदे ने और परमेश्वर नूं जपदे नहीं, वाहे गुरु दे सन्मुख नहीं हुंदे, ते इन्हां नूं 84 लख जूनियां दा चक्कर पै गया। वारंवार 84 भोगदे ने, भाव दुख पाउंदे ने। ममै मोह मरण मधसूदन, मरण भया तब चेतव्यो। काया भीतर अवरो पड़िया, मम्मा अखर विसरिया। हे पंडित जी, मम्मे अखर द्वारा सतगुरु पावन उपदेश दिंदे ने गुरु नानक देव महाराज जी। पंडित जी नूं कहन लगे, पंडित जी, मम्मी अखर का यह विचार है कि जीवां दा मोह करके परमेश्वर की तरफ तो मरना हो गया। क्योंकि मोह की तंद विच बझिया गया मनुख वाहे गुरु तो बेमुख हो जाता है। वाहे गुरु बेसिमरन भया, जपदा नहीं, संगत विच नहीं आउंदा, समा नहीं, टाइम नहीं। बेनती की, पंडित जी कहन लगे कि पिछली अवस्था में सिमरन कर लवांगे, सो जब मरना होया तब किसी ने परमेश्वर नूं सिमरिया है? पातशाह कहन लगे, पंडित जी नहीं सिमरिया। शरीर विच रह के और भी विखे संबंधी पढ़दा पढ़िया है, पाड़दा पढ़िया है। जीव को मम्मा अर्थात मरना मधसूदन विसर गया, क्योंकि विषया वकारां विच लगिया मनुख वाहे गुरु तो बेमुख हो जाता है। जइयै जन्म न होवी कदही, जेकर सच पछाण। गुरमुख आखै गुरमुख बूझै, गुरमुख एको जाण। हे पंडित जी, जइए अखर का ये सिद्धांत, जेकर ये जीव सत परमात्मा नूं पहचान लवे तो फिर कदे इसनूं जन्म ना होवेगा। जो गुरु दे मुख तो कहे उपदेश नूं गुरमुख जगियासू हो के समझे कि मेरे गुरु का वचन, गुरु का उपदेश है। मुख रूप पूज एक परमात्मा नूं जानदा है। रारै रब रहया सब अंत, जेते किए जनता। जंत उपाय धंधे सब लाए, कर्म हुआ तिन नाम लिया। ही पंडित जी, रारे अखर का ये विचार है कि जितने जीव साजे ने मेरे वाहे गुरु ने, सबना दे अंदर आप रमण करता है। कीटी तो लैके ब्रह्मा पर्यंत उत्पन्न करके अपने अपने धंधियां विच भी ला दिते ने प्रभु ने, आप ही धंधियां विच लाउंदा है।
ਜਿਨ੍ਹਾਂ ਦਾ ਪੁੰਨ ਕਰਮ ਉਦੇ ਹੋਇਆ ਤੇ ਇਹਨਾਂ ਨੇ ਨਾਮ ਲਿਆ, ਨਾਮ ਜਪਿਆ। ਜਪਦਾ ਕੌਣ ਹੈ? ਜਿਨ੍ਹਾਂ ਦੇ ਮਸਤਕ 'ਤੇ ਲਿਖਿਆ ਹੈ, ਜਿਨ੍ਹਾਂ 'ਤੇ ਉਸ ਵਾਹਿਗੁਰੂ ਦੀ ਬਖਸ਼ਿਸ਼ ਹੈ, ਉਹ ਨਾਮ ਜਪੇਗਾ, ਉਹ ਵਾਹਿਗੁਰੂ ਦੇ ਸਨਮੁਖ ਹੋ ਜਾਵੇਗਾ। ਲੱਲੇ ਲਾਏ ਧੰਦੇ ਜਿਨ ਛੋਡੀ, ਮੀਠਾ ਮਾਇਆ ਮੋਹ ਕੀਆ। ਖਾਣਾ ਪੀਣਾ ਸਮ ਕਰ ਸਹਿਣਾ, ਪਾਣੈ ਤਾਂ ਕੈ ਹੁਕਮ ਪਿਆ। ਲੱਲੇ ਅੱਖਰ ਦਾ ਇਹ ਸਿਧਾਂਤ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਪਿਆਰਿਓ, ਜਿਸਨੇ ਸ੍ਰਿਸ਼ਟੀ ਧੰਦੇ ਵਿੱਚ ਲਾ ਦਿੱਤੀ ਹੈ। ਲੱਲੇ ਲਾਏ ਧੰਦੇ, ਧੰਦੇ ਜਿਨ ਛੋਡੀ, ਮੀਠਾ ਮਾਇਆ ਮੋਹ ਕੀਆ। ਤਿਸਨੇ ਮਾਇਆ ਦਾ ਮੋਹ ਵੀ ਮਿੱਠਾ ਕਰ ਦਿੱਤਾ ਹੈ, ਪਰਮੇਸ਼ਰ ਨੇ ਕੀਤਾ। ਖਾਣਾ ਪੀਣਾ ਤਿਸ ਦੀ ਭਾਣੇ ਵਿੱਚ ਹੈ। ਦੁੱਖ ਤੇ ਸੁੱਖ ਤੁਲ ਜਾਣ ਕੇ ਸਹਾਰਨਾ, ਇਹ ਵੀ ਤਿਸ ਦੇ ਹੁਕਮ ਦੇ ਵਿੱਚ ਪਿਆ ਹੈ। ਵਾਹ ਵੈ ਵਾਸ ਦਿਓ ਪਰਮੇਸ਼ਰ, ਵੇਖਣ ਕੋ ਜਿਨ ਵੇਸ ਕੀਆ। ਵੇਖੈ ਚਾਖੈ ਸਭ ਕਿਛ ਜਾਣੈ, ਅੰਤਰ ਬਾਹਰ ਰਵ ਰਹਿਆ। ਹੀ ਪੰਡਤ ਜੀ, ਵਾਵੇ ਅੱਖਰ ਨੇ ਇਹ ਕਿਹਾ ਹੈ ਕਿ ਜਿਸ ਵਾਸੁਦੇਵ ਪਰਮੇਸ਼ਰ ਨੇ ਜੀਵ ਦੇ ਦੇਖਣ ਵਾਸਤੇ, ਪ੍ਰੀਖਿਆ ਵਾਸਤੇ, ਆਪ ਤਮਾਸ਼ਾ ਦੇਖਣ ਵਾਸਤੇ ਨਾਨਾ ਪ੍ਰਕਾਰ ਦਾ ਵੇਸ਼ ਕਰ ਦਿੱਤਾ। ਦੇਖਦਾ ਵੀ ਉਹੀ ਹੈ, ਉਹ ਵੇਖੈ ਉਹ ਨਾ ਨਦਰ ਨਾ ਆਵੈ, ਬਹੁਤਾ ਇਹੋ ਵਡਾਣ। ਸਭ ਰਸਾਂ ਨੂੰ ਭੋਗਦਾ ਵੀ ਉਹੀ ਹੈ। ਸਭ ਕੁਛ ਭਾਵ ਸਰਬ ਘਟਾਂ ਦੇ ਅੰਤਰ ਦੀ ਜਾਣਦਾ ਵੀ ਉਹੀ ਹੈ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ। ਤੇਰਾ ਅੰਤ ਨਾ ਪਾਇਆ, ਸੁਰਗ ਮਛ ਪਿਆਲ ਜੀਓ। ਉਸਦਾ ਅੰਤ ਕਿਸੇ ਨੇ ਨਹੀਂ ਪਾਇਆ। ਅੰਤਰ ਬਾਹਰ ਪੂਰਨ ਵੀ ਉਹੀ ਹੋ ਰਿਹਾ ਹੈ। ਰਾੜੈ ਰਾੜ ਕਰੇ ਕਿਆ ਪ੍ਰਾਣੀ, ਤਿਸਹਿ ਤੇ ਆਵੋ ਜੇ ਅਮਰ ਹੋਆ। ਤਿਸਹਿ ਤੇ ਆਵੋ ਸੱਚ ਸਮਾਵੋ, ਉਸ ਵਿਟਹੁ ਕੁਰਬਾਨ ਕੀਆ। ਕਿ ਪੰਡਤ ਜੀ, ਰਾੜੇ ਅੱਖਰ ਨੇ ਇਹ ਬਿਆਨ ਕੀਤਾ ਹੈ ਕਿ ਹੇ ਪ੍ਰਾਣੀ, ਹੇ ਭਾਈ, ਸਵਾਸਾਂ ਦੀ ਹੀ ਗਿਣਤੀ ਤੱਕ ਸਥਿਰਤਾ ਇਸ ਸਰੀਰ ਦੀ ਹੈ, ਕਿਉਂਕਿ ਸਵਾਸ ਆਪਾਂ ਨੂੰ ਗਿਣਤੀ ਤੇ ਮਿਣਤੀ ਦੇ ਮਿਲੇ ਨੇ। ਇਹ ਨਾ ਵੱਧਦੇ ਨੇ ਨਾ ਘਟਦੇ ਨੇ। ਅਮੋਲਕ ਸਵਾਸ ਦੀ ਇਹਨਾਂ ਦਾ ਕੋਈ ਮੁੱਲ ਨਹੀਂ। ਮੈਂ ਸਤਪੁਰਸ਼ਾਂ ਦੀ ਪਾਵਨ ਬਚਨ ਕਰਨੇ, ਨਾਮ ਜਪਣ ਕੋ ਜਿਹਵਾ ਦਿੱਤੀ, ਹਰ ਦਰਸ਼ਨ ਕੋ ਅੱਖੀ। ਇੱਕ ਇੱਕ ਸਵਾਸ ਅਮੋਲਕ ਜਾਵੇ, ਹੱਥ ਨਾ ਆਵੇ ਲੱਖੀ। ਇੱਕ ਇੱਕ ਸਵਾਸ ਆਪਣਾ ਅਮੋਲਕ ਜਾ ਰਿਹਾ ਹੈ। ਲੱਖਾਂ ਰੁਪਈਆਂ ਨਾਲ ਵੀ ਉਹ ਹੱਥ ਨਹੀਂ ਆਉਂਦਾ। ਮਨੁੱਖ ਬੜੇ ਯਤਨ ਕਰਦਾ ਕਿ ਮਨੁੱਖ ਬਚ ਜਾਵੇ, ਪਰ ਸਭ ਪਾਸੋਂ ਜਵਾਬ ਹੋ ਜਾਂਦਾ ਹੈ ਕਿ ਸਵਾਸ ਹੁਣ ਪੂਰੇ ਹੋ ਗਏ ਨੇ, ਹੁਣ ਬਚ ਨਹੀਂ ਸਕਦਾ। ਕਿਉਂਕਿ ਗਿਣਤੀ ਤੇ ਮਿਣਤੀ ਦੇ ਇਹ ਦਿਨ, ਹਫ਼ਤੇ, ਮਹੀਨੇ, ਸਾਲ ਨੇ। ਇਹ ਸਵਾਸ ਵੀ ਗਿਣਤੀ ਮਿਣਤੀ ਦੇ ਨੇ, ਵੱਧ ਘੱਟ ਨਹੀਂ ਆਉਂਦੇ। ਪਾਤਸ਼ਾਹ ਫਰਮਾਉਂਦੇ ਨੇ, ਰਾੜੈ ਰਾੜ ਕਰੇ ਕਿਆ ਪ੍ਰਾਣੀ, ਤਿਸਹਿ ਤੇ ਆਵੋ ਜੇ ਅਮਰ ਹੋਆ। ਹੇ ਪ੍ਰਾਣੀਓ, ਸਵਾਸਾਂ ਦੀ ਗਿਣਤੀ ਇੱਕ ਸਥਿਰਤਾ ਜਿਸ ਸਰੀਰ ਦੀ ਹੈ, ਐਸੇ ਹੋ ਕਰ ਝਗੜੇ ਤੁਸੀਂ ਕਿਆ ਕਰਦੇ ਹੋ? ਵਾਦ ਵਿਵਾਦ ਵਿੱਚ ਕਿਉਂ ਪੈਂਦੇ ਹੋ? ਇਸ ਜਨਮ ਦਾ ਲਾਹਾ ਲਵੋ, ਜੋ ਅਮੋਲਕ ਜਨਮ ਨੂੰ ਦੇਵੀ ਦੇਵਤੇ ਵੀ ਤਰਸਦੇ ਨੇ। ਸਤਿਗੁਰਾਂ ਦੀ ਪਾਵਨ ਬਚਨ ਵੀ ਨੇ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕਉ ਸਿਮਰਹਿ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਦੇਵਤੇ ਦੱਸਦੇ ਨੇ, ਸਾਨੂੰ ਮਿਲੇ ਇਹ ਜਨਮ ਅਮੋਲਕ ਮਨੁੱਖਾ ਸੀ, ਨਾਮ ਜਪੀਏ, ਪਰਮੇਸ਼ਰ ਦਾ ਅਮਰ ਹੋ ਜਾਈਏ। ਕਿਉਂਕਿ ਦੇਵੀ ਦੇਵਤੇ ਵੀ ਜਨਮ ਤੇ ਮਰਨ ਵਿੱਚ ਨੇ। ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸਿਵਜੂ ਅਵਤਾਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਸਭ ਕਾਲ ਦੇ ਵਸ ਨੇ।
ਜਦੋਂ ਪਰਲੋ ਆਉਂਦੀ ਹੈ ਸੰਸਾਰ ਦਾ ਨਾਸ ਹੋ ਜਾਂਦਾ ਹੈ। ਮਹਾਂ ਪਰਲੋ ਇੰਦਰਪੁਰੀ, ਸ਼ਿਵਪੁਰੀ, ਬ੍ਰਹਮਪੁਰੀ ਆਦਿਕ ਪੁਰੀਆਂ ਦਾ ਵੀ ਨਾਸ ਹੋ ਜਾਂਦਾ ਹੈ, ਕਿਉਂਕਿ ਸਦੀਵੀ ਰਹਿਣ ਵਾਲੀਆਂ ਪੁਰੀਆਂ ਨਹੀਂ। ਸਤਿਗੁਰੂ ਪਾਤਸ਼ਾਹ ਪਾਵਨ ਵਚਨ ਕਹਿੰਦੇ ਨੇ, ਇਸ ਜਨਮ ਦਾ ਲਾਹਾ ਲਵੋ, ਇਸ ਦਾ ਧਿਆਵਣਾ ਕਰੋ। ਜੋ ਅਮਰ ਹੋਇਆ ਅਬਨਾਸੀ ਹੈ, ਕਿਸੀ ਨੂੰ ਧਿਆਵੋ। ਅਬਨਾਸੀ ਕੌਣ? ਮੇਰਾ ਵਾਹਿਗੁਰੂ, ਗੁਰੂ ਸਮਰੱਥ ਹੈ। ਜੇ ਸੱਚੀ ਵਿੱਚ ਸਮਾ ਜਾਵੋਗੇ, ਅਸਾਂ ਨੇ ਉਸ ਦੇ ਉੱਪਰੋਂ ਸਰਬੰਸ ਵਾਰ ਨੇ ਕੀਤਾ। ਜੋ ਸਤਿਗੁਰੂ ਪਾਤਸ਼ਾਹ ਗੁਰਦੇਵ ਪਾਵਨ ਬਚਨ ਕਹਿੰਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ, ਤਿਸ ਹੈ ਧਿਆਵੋ ਸੱਚ ਸਮਾਵੋ, ਉਸ ਵਿਟੋਂ ਕੁਰਬਾਨ ਕੀਆ। ਖਾਗੈ ਹੋਰ ਨ ਕੋਈ ਦਾਤਾ, ਜੀ ਉਪਾਏ ਜਿਨ ਰਿਜਕ ਦਿਓ। ਹਰ ਨਾਮ ਧਿਆਵੋ, ਹਰ ਨਾਮ ਸਮਾਵੋ, ਅਨ ਦਿਨ ਲਾਗਾ ਹਰ ਨਾਮ ਲਿਆ। ਹੀ ਪੰਡਤ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਨਮੁਖ ਬੈਠਾ ਹੈ ਪੰਡਤ ਹੱਥ ਜੋੜ ਕੇ। ਪਾਤਸ਼ਾਹ ਕਹਿਣ ਲੱਗੇ, ਪੰਡਤ ਜੀ, ਖਾਕੇ ਅੱਖਰ ਦਾ ਇਹ ਸਿਧਾਂਤ ਵਿਚਾਰ ਹੈ, ਬਿਨਾਂ ਪਰਮੇਸ਼ਰ ਦੇ ਹੋਰ ਕੋਈ ਦਾਤਾ ਹੀ ਨਹੀਂ ਹੈ। ਮਾਨੁ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਮਨੁੱਖ ਦੀ ਆਸ ਬੇਅਰਥ ਜਾਣਿਓ, ਮਤ ਸੱਚ ਜਾਣ ਲਿਓ। ਦੇਵਨ ਵਾਲਾ ਦਾਤਾ ਮੇਰਾ ਵਾਹਿਗੁਰੂ, ਕੈਸਾ ਦਾਤਾ ਜੋ ਦਾਤਾਂ ਦੇ ਕੇ ਫਿਰ ਕਹਿੰਦਾ ਵੀ ਨਹੀਂ ਮੈਂ ਦਾਤ ਦਿੱਤੀ ਹੈ। ਉਹ ਕੈਸਾ ਦਾਤਾ ਵੱਡੀਆਂ ਬਖਸ਼ੀਸ਼ਾਂ ਕਰਦਾ ਹੈ। ਤੁਛ ਪਦਾਰਥ ਵੀ ਮੰਗੀਏ, ਉਹ ਵੱਡੀ ਦਾਤ ਦਿੰਦਾ ਹੈ, ਕਿਉਂਕਿ ਦਾਤਾ ਵੱਡਾ ਹੈ ਵੀ ਸਭਨਾ ਦਾ ਦਾਤਾ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦੇਂਦਾ ਟੋਟ ਨਾ ਆਵੇ, ਅਗੰਤ ਭਰੇ ਭੰਡਾਰ। ਉਸਦੇ ਭੰਡਾਰੇ ਵੀ ਭਰੇ ਪਏ, ਕੋਈ ਤੋਟ ਘਾਟਾ ਨਹੀਂ। ਉਹ ਦਾਤਾ ਸਭਨਾ ਦਾ ਹੈ, ਸਭਨਾ ਨੂੰ ਰੋਜੀ ਦਿੰਦਾ ਹੈ। ਰੋਜੀ ਹੀ ਰਾਜ ਬਲੋਕਤ ਰਾਜ, ਕਰੋਖ ਰੋਹਾਨ ਕੀ ਰੋਜੀ ਨਾ ਟਾਰੈ। ਭਾਵੇਂ ਕੋਈ ਪਾਪੀ ਹੈ, ਭਾਵੇਂ ਕੋਈ ਪੁੰਨੀ ਹੈ, ਰੋਜੀ ਉਹ ਸਭਨਾ ਨੂੰ ਦਿੰਦਾ ਹੈ। ਮੂਸੇ ਪੈਗੰਬਰ ਨੇ ਕਵਾਰ ਖੁਦਾ ਅੱਗੇ ਅਰਜ਼ ਗੁਜ਼ਾਰੀ, ਹੇ ਖੁਦਾ, ਇਹ ਜੋ ਸਿਲਸਿਲਾ ਰੋਜੀ ਦਾ ਤੂੰ ਸਭਨਾ ਨੂੰ ਦਿੰਦਾ, ਮੈਨੂੰ ਸੌਂਪ ਮੈਂ ਦੇਵਾਂਗਾ। ਬੜਾ ਸਮਝਾਇਆ ਖੁਦਾ ਨੇ, ਅੱਲਾਹ ਤਾਲਾ ਨੇ, ਪਰ ਬੜੀਆਂ ਅਰਜ਼ਾਂ ਕੀਤੀਆਂ, ਕੁਝ ਪਿੰਡ ਦੇ ਦਿੱਤੇ। ਜਦੋਂ ਰੋਜੀ ਦੇ ਕੇ ਵਾਪਸ ਖੁਦਾ ਪਾਸ ਪਹੁੰਚੇ ਮੂਸਾ ਪੈਗੰਬਰ ਜੀ, ਖੁਦਾ ਨੇ ਪੁੱਛਿਆ, ਸਭਨਾਂ ਨੂੰ ਰੋਜੀ ਦੇ ਦਿੱਤੀ? ਹਾਂ ਮਹਾਰਾਜ, ਸਭਨਾਂ ਨੂੰ ਦੇ ਦਿੱਤੀ। ਦੇਖਿਆ ਖੁਦਾ ਕਹਿਣ ਲੱਗੇ, ਪ੍ਰਭੂ ਇੱਕ ਪੁਰਸ਼ ਭੁੱਖਾ, ਉਸ ਨੂੰ ਰੋਜੀ ਨਹੀਂ ਦਿੱਤੀ ਤੂੰ। ਮਹਾਰਾਜ ਉਹ ਰੋਜੀ ਦੇ ਲਾਇਕ ਹੀ ਨਹੀਂ ਸੀ, ਐਸਾ ਮਾੜਾ ਕਰਮ ਮ੍ਰਿਤਕ ਦੇਹੀ ਨਾਲ ਕਰ ਰਿਹਾ ਸੀ। ਤੇ ਖੁਦਾ ਨੇ ਬਚਨ ਕੀਤੇ, ਜੇ ਇਸ ਤਰ੍ਹਾਂ ਮੈਂ ਮਨੁੱਖਾਂ ਦੇ ਔਗਣ ਪਾਪਾਂ ਨੂੰ ਦੇਖਾਂ, ਦੁਨੀਆ ਭੁੱਖੀ ਮਰ ਜਾਵੇਗੀ, ਉਹਦੀ ਸਜ਼ਾ ਉਸ ਨੂੰ ਅਵਸ਼ ਮਿਲੇਗੀ, ਪਰ ਰੋਜੀ ਸਭਨਾਂ ਨੂੰ ਦੇਣੀ ਹੈ। ਹੱਥ ਜੋੜ ਲਏ, ਹੇ ਖੁਦਾ, ਹੇ ਅੱਲਾਹ ਤਾਲਾ, ਇਹ ਕੰਮ ਮੇਰੀ ਤੋਂ ਨਹੀਂ ਹੋਣਾ, ਕਿਉਂਕਿ ਉਹ ਐਸਾ ਮਾਲਕ ਹੈ, ਨਿਰਗੁਣਿਆਰੇ ਪਾਲ ਦੇ ਭਾਈ, ਦੇ ਨਥਾ ਬੈਠਾਓ। ਉਹ ਨਿਰਗੁਣਿਆਰਿਆਂ ਦੀ ਵੀ ਮੇਰਾ ਵਾਹਿਗੁਰੂ ਪਾਲਣਾ ਕਰਦਾ ਹੈ, ਰੋਜੀ ਸਭਨਾਂ ਨੂੰ ਦਿੰਦਾ ਹੈ। ਜੋ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਪਾਵਨ ਬਚਨ ਕਹਿੰਦੇ ਨੇ, ਖਾਕ ਹੈ ਘੋਰ ਨਾ ਕੋਈ ਦਾਤਾ, ਜੀ ਉਪਾਏ ਜਿਨ ਰਿਜਕ ਦੀਆ। ਹਰ ਨਾਮ ਧਿਆਵੋ, ਹਰ ਨਾਮ ਸਮਾਵੋ, ਅਨ ਦਿਨ ਲਾਗਾ ਹਰ ਨਾਮ ਲਿਆ। ਜੀਵਾਂ ਨੂੰ ਸਾਜ ਕੀ ਰਚਨਾ ਕਰਕੇ ਫਿਰ ਰੋਜੀ ਦਿੰਦਾ, ਉਹ ਕੈਸਾ ਦਾਤਾ ਹੈ। ਬਾਲਕ ਦਾ ਜਨਮ ਬਾਅਦ ਵਿੱਚ, ਰੋਜੀ ਪਹਿਲਾਂ ਪਹੁੰਚ ਜਾਂਦੀ ਹੈ। ਮਾਤਾ ਦੇ ਸਤਨਾਂ ਵਿੱਚ ਦੁੱਧ ਪਹਿਲਾਂ ਆ ਜਾਂਦਾ, ਬੱਚੇ ਦਾ ਜਨਮ ਬਾਅਦ ਵਿੱਚ ਹੈ। ਸਤਿਗੁਰਾਂ ਦੇ ਵੀ ਪਾਵਨ ਬਚਨ ਨੇ, ਪਹਿਲੋਂ ਦੇ ਤੈ ਰਿਜਕ ਸਮਾਹਾ, ਪਿੱਛੋਂ ਦੇ ਤੈ ਜੰਤੀ ਉਪਾਹਾ। ਉਹ ਐਸਾ ਮਾਲਕ ਦਾਤਾ ਹੈ ਮੇਰਾ ਪ੍ਰਭੂ। ਇਸ ਹਰੀ ਦੇ ਨਾਮ ਨੂੰ ਭਾਈ ਧਿਆਵਣਾ ਕਰੋ, ਉਸ ਦਾਤੇ ਦੀ ਯਾਦ ਚਿੰਤਨ ਵਿੱਚ ਜੁੜੋ, ਉਹ ਨਾਮੀ ਵਿੱਚ ਹੀ ਅਭੇਦ ਹੋ ਜਾਵੋ। ਰਾਤ ਦਿਨ ਪਰਮੇਸ਼ਰ ਦੇ ਨਾਮ ਦਾ ਲਾਹਾ ਲਵੋ।
क्योंकि आपां लाहा खट्टण ही आए हाँ। प्राणी तू आया लाहा लैन, ये मनुख तू लाहा लैन ही आया है। आए अड़ै आप करे जिन छोड़ी, जो किश करना सो कर रहे। करे कराए सब किश जान, नानक सायर एव कहो। जगत गुरु गुरु नानक देव महाराज जी पढ़न गए सी पंडित जी वास, पिता बाबा मेहता कालू जी लैके गए और पंडित नूं ये उपदेश बख्शिया। ਸਮਤ ਦਿੱਤੀ ਗੁਰਦੇਵ ਨੇ ਦੂਜੇ ਦਿਨ ਫਿਰ ਇਹ ਵਚਨ ਕੀਤੇ ਸਤਿਗੁਰਾਂ ਨੇ, ਜੋ ਪਾਤਸ਼ਾਹ ਨੇ ਪਾਵਨ ਬਾਣੀ ਉਚਾਰੀ ਹੈ। ਆਏ ਅੜੈ ਆਪ ਕਰੇ ਜਿਨ ਛੋਡੀ, ਜੋ ਕਿਛ ਕਰਨਾ ਸੋ ਕਰਦੇ। ਆਏ ਪੰਡਿਤ ਜੀ ਐੜੇ ਅੱਖਰ ਦਾ ਇਹ ਸਿਧਾਂਤ, ਇਹ ਵਿਚਾਰ ਹੈ ਐੜੇ ਅੱਖਰ ਦਾ ਕਿ ਜਿਸ ਪਰਿਪੂਰਨ ਪਰਮਾਤਮਾ ਖੁਦਾ ਨੇ, ਵਾਹਿਗੁਰੂ ਨੇ ਇਹ ਸ੍ਰਿਸ਼ਟੀ ਆਪ ਸਾਜੀ ਹੈ, ਰਚੀ ਹੈ। ਜੋ ਕੁਛ ਕਰਨਾ ਸੋ ਕਰ ਰਿਹਾ ਹੈ। ਔਰ ਜੀਵਾਂ ਦੇ ਘਰੇ ਕਰਾਏ ਹੋਏ ਕਰਮ ਔਰ ਜੋ ਤਿੰਨਾਂ ਦਾ ਫਲ ਸੋ ਸਭ ਜਾਣਦਾ ਹੈ ਕਿ ਮਨੁੱਖ ਨੇ ਐਸੇ ਕਰਮਾਂ ਦੇ ਬੀਜ ਬੀਜੇ ਨੇ। ਮਨੁੱਖ ਸੁਤੇ ਕਹਿੰਦਾ ਕਿ ਅਮਕਾ ਮਨੁੱਖ ਬੜਾ ਪਾਪੀ, ਉਸਨੂੰ ਸਜ਼ਾ ਨਹੀਂ ਮਿਲਦੀ, ਪਰ ਉਹ ਮਾਲਕ ਜਾਣਦਾ ਹੈ ਜਿਸ ਨੇ ਸਜ਼ਾ ਦੇਣੀ ਹੈ। ਉਹ ਸਭਨਾਂ ਦਾ ਹਿਸਾਬ ਕਿਤਾਬ ਕਰਦਾ ਹੈ। ਉਹ ਕਿਉਂਕਿ ਵੱਡਾ ਦਾਤਾ ਹੈ, ਉਸ ਤੋਂ ਕੁਝ ਲੁਕਿਆ ਛੁਪਿਆ ਨਹੀਂ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਡਾਣ ਅਚਰਜ ਕੌਤਕ। ਕਿਉਂ ਦੇਖਦਾ ਵੀ ਹੈ ਪਰ ਨਦਰ ਨਹੀਂ ਆਉਂਦਾ, ਕਿਉਂਕਿ ਉਹ ਮਾਲਕ ਕੈਸਾ ਹੈ। ਕਰ ਕਰ ਕਰਨਾ ਲਿਖ ਲੈ ਜਾਓ, ਜੋ ਕਰਮ ਕਰ ਰਹੇ ਆ ਉਹ ਲਿਖੇ ਜਾ ਰਹੇ ਨੇ। ਚਿੱਤਰ ਗੁਪਤ ਸਭ ਲਿਖਤੇ ਲੇਖਾ, ਦਿਨ ਦਾ ਹਿਸਾਬ ਚਿੱਤਰ ਲਿਖਦਾ ਹੈ, ਗੁਪਤ ਸਾਰੀ ਰਾਤ ਦਾ ਹਿਸਾਬ। ਕਿ ਇਸ ਮਨੁੱਖ ਨੇ ਕਿਵੇਂ ਜਗਤ ਵਿੱਚ ਵਿਚਰਿਆ, ਕੀ ਵਿਹਾਰ ਧੰਦੇ ਕੀਤੇ, ਉਹ ਬਹੀ 'ਤੇ ਲਿਖਿਆ ਜਾਂਦਾ ਹੈ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ, ਉਹ ਪੁੱਛਿਆ ਜਾਵੇਗਾ। ਫਿਰ ਕੀ ਜਵਾਬ ਦੇਵੇਗਾ, ਉਸ ਦਾਤੇ ਪ੍ਰਭੂ ਦੇ ਸਨਮੁਖ ਝੂਠ ਨਹੀਂ ਚੱਲੇਗਾ। ਉਥੈ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਸੱਚੇ ਪਰਮੇਸ਼ਰ ਦੀ ਦਰਗਾਹ ਵਿੱਚ ਸੱਚੋ ਸੱਚ ਦੇ ਨਿਵੇੜੇ ਹੁੰਦੇ ਨੇ। ਕਰਮਾਂ ਦਾ ਫਲ ਮਿਲਦਾ ਹੈ ਕਿਉਂਕਿ ਉਹ ਮਾਲਕ ਜਾਣਦਾ ਹੈ। ਬਿਆਸ ਜੀ, ਭਗਤ ਵਾਲਮੀਕ ਆਦਿ ਕਵੀਆਂ ਨੇ ਵੀ ਇਸੀ ਪ੍ਰਕਾਰ ਇਹ ਬਚਨ ਕਹੇ ਨੇ। ਸਰਬ ਦਾ ਸਿਧਾਂਤ ਵੀ ਇਹੀ ਹੈ। ਉਹ ਸਤਪੁਰਸ਼ ਮਹਾਤਮਾ ਵੀ ਇੰਝ ਹੀ ਕਹਿੰਦੇ ਨੇ, ਭਾਈ ਸਭਨਾ ਜੀਵਾਂ ਦੇ ਕਰਮਾਂ ਨੂੰ ਉਹ ਜਾਣਦਾ ਹੈ, ਦੇਖਦਾ ਹੈ। ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਰਾਗ ਆਸਾ ਮਹੱਲਾ ਤੀਜਾ ਪੱਟੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਇਓ ਮੰਗੈ ਸਭ ਜਗ ਆਇਆ, ਕਾਕੈ ਮੰਗੈ ਕਾਲ ਭਇਆ। ਰੀ ਲੱਲੀ ਪਾਪ ਕਮਾਣੇ, ਪੜ ਅਵਗਣ ਗੁਣ ਵੀਸਰਿਆ। ਇੱਕ ਪਾਂਧਾ ਬਾਲਕਾਂ ਨੂੰ ਵਿਦਿਆ ਪੜ੍ਹਾ ਰਿਹਾ ਸੀ, ਉਹ ਤਾੜਨਾ ਵੀ ਬੜੀ ਕਰਦਾ ਸੀ। ਅੰਤ ਛਕਣ ਦਾ ਕਸੁੱਧ ਪਖੰਡੀ ਵੀ ਸੀ। ਤਿਸ ਨੂੰ ਦੇਖ ਕੇ ਜਗਤ ਦੇ ਮਾਲਕ ਗੁਰਦੇਵ ਤੀਜੇ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਖ ਤੋਂ ਪੱਟੀ ਨਾਮ ਬਾਣੀ ਹੋਈ। ਪਾਤਸ਼ਾਹ ਨੇ ਬਾਣੀ ਉਚਾਰੀ, ਸਤਿਗੁਰੂ ਪਾਤਸ਼ਾਹ ਨੇ ਪਾਵਨ ਬਚਨ ਕਹੇ। ਉਹ ਸਰਬ ਸਰੀਰਾਂ ਵਿੱਚ ਆਇਆ, ਵਿਆਪਿਆ ਹੋਇਆ ਹੈ ਅਤੇ ਇਸੇ ਸਭ ਜਗ ਉਤਪਤ ਹੋਇਆ ਹੈ। ਘਰ ਵਿੱਚ ਮੋਹ ਕਰਕੇ ਜਿਸ ਨੇ ਉਮਰ ਦਾ ਨਾਸ਼ ਕੀਤਾ, ਜਿਸ ਦਾ ਕਾਲ ਹੋਇਆ, ਉਹ ਜਨਮਦਾ ਮਰਦਾ। ਰੀ ਸਖੀ ਦੀ ਇੰਦਰੀਆਂ ਦੇ ਪਾਲਣੇ ਵਾਸਤੇ ਲਾਲਚ ਕਰਕੇ ਜੋ ਪਾਪ ਕਮਾਏ, ਸੋ ਤਿਸ ਨੂੰ ਅਵਗੁਣਾਂ ਦੇ ਪੜ੍ਹੇ ਆ। ਪੜ੍ਹਨੇ ਕਰਕੇ ਗੁਣਾਂ ਦਾ ਸਮੁਦਾਇ ਵਿਸਰ ਗਿਆ, ਔਗੁਣਾਂ ਦੇ ਵਾਸਤੇ ਪੜ੍ਹਦਾ ਰਿਹਾ। ਪਾਤਸ਼ਾਹ ਫਰਮਾਉਂਦੇ ਨੇ, ਕਹਿਣ ਲੱਗੇ ਗੁਰੂ ਅਮਰਦਾਸ ਮਹਾਰਾਜ ਜੀ ਉਸ ਪਾਂਧੇ ਨੂੰ,
ਮਨ ਐਸਾ ਲੇਖਾ ਤੂੰ ਕੀ ਪੜਿਆ, ਲੇਖਾ ਦੇਣਾ ਤੇਰੇ ਸਿਰ ਰਹਿਆ। ਕਿਉਂਕਿ ਉਸ ਪੰਡਤ ਨੂੰ, ਪਾਂਧੇ ਨੂੰ ਬੜਾ ਹੰਕਾਰ ਗਰਵ ਸੀ। ਪਾਤਸ਼ਾਹ ਗੁਰਦੇਵ ਕਹਿਣ ਲੱਗੇ, ਹੇ ਪਿਆਰੇ ਪਾਂਧੇ, ਐਸਾ ਲੇਖਾ ਤੂੰ ਕੀ ਪੜਿਆ ਹੈ? ਕੁਛ ਨਹੀਂ ਪੜਿਆ ਤੂੰ। ਜਿਸ ਪੜ੍ਹਨੇ ਕਰਕੇ ਵੀ ਜਮਾਂ ਦਾ ਲੇਖਾ ਦੇਣਾ ਤੇਰੇ ਸਿਰ ਪਰ ਰਹਿ ਗਿਆ, ਫਿਰ ਕਾਹਦਾ ਪੜ੍ਹਿਆ ਹੈ? ਜੇ ਜਮਾਂ ਦੀ ਮਾਰ ਪਵੇ ਫਿਰ ਕਾਹਦਾ ਪੜ੍ਹਿਆ ਹੈ ਤੂੰ? ਬੇਨਤੀ ਕੀਤੀ, ਪਾਂਧੇ ਨੇ ਹੱਥ ਜੋੜ ਲਏ, ਪਾਤਸ਼ਾਹ ਉਹ ਲੇਖਾ ਕਿਹੜਾ ਹੈ ਜਿਸ ਜਮਾਂ ਦਾ ਲੇਖਾ ਛੁੱਟ ਜਾਵੇ, ਤੁਸੀਂ ਸਮਤ ਦੇਵੋ। ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਬਚਨ ਕਹਿਣ ਲੱਗੇ, ਸੈਨੰ ਆਇਆ ਸਿਮਰੈ ਨਾਹੀ, ਨੰਨੈ ਨਾ ਤੁਧ ਨਾਮ ਲਿਆ, ਸੱਚੈ ਸੀਜਹਿ ਐਨ ਸਮੂੜੇ, ਕਿਉਂ ਛੂਟੇ ਜਮ ਪਾਕੜਿਆ। ਪ੍ਰਗਟ ਹੀ ਜੋ ਸਰੀਰਾਂ ਵਿੱਚ ਵਿਆਪਿਆ ਹੋਇਆ ਹੈ, ਤੇ ਇਸ ਨੂੰ ਤੂੰ ਹਿਰਦੇ ਕਰਕੇ ਕਦੇ ਜਪਿਆ ਨਹੀਂ, ਕਦੇ ਮਨ ਕਰਕੇ ਉਸ ਪਰਮੇਸ਼ਰ ਦੀ ਤੂੰ ਯਾਦ ਵਿੱਚ ਨਹੀਂ ਜੁੜਿਆ, ਨਾ ਤੈਨੇ ਬਾਣੀ ਕਰਕੇ ਨਾਮ ਲਿਆ। ਆਇਓ ਐ ਸੇ ਆਦਿਕ ਦਾ ਖਰਾ ਰਾਰਾ ਲੱਲਾ, ਇਹਨਾਂ ਅੱਖਰਾਂ ਕਰਕੇ ਵੀ ਉਪਦੇਸ਼ ਸਤਿਗੁਰੂ ਪਾਤਸ਼ਾਹ ਬਚਨ ਕਹਿੰਦੇ ਨੇ, ਹੇ ਮੂਰਖ, ਰਾਤ ਦਿਨ ਤੇਰੀ ਆਰ ਬਲਾ ਨਾ ਸੁਣਦੀ ਜਾਂਦੀ ਹੈ, ਕਿਉਂਕਿ ਮਨੁੱਖ ਦੀ ਆਰ ਬਲਾ ਘਟਦੀ ਜਾਂਦੀ ਹੈ, ਵੱਧਦੀ ਨਹੀਂ। ਇਹ ਮਾਂ ਕਹਿੰਦੀ ਹੈ ਮੇਰਾ ਪੁੱਤਰ ਜਵਾਨ ਹੁੰਦਾ ਹੈ, ਪਰ ਇਹ ਨਹੀਂ ਪਤਾ ਉਸਦੀ ਆਰ ਬਲਾ ਘਟਦੀ ਜਾ ਰਹੀ ਹੈ। ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕ ਨਾ ਜਾਣੇ, ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਦਕ ਲਾਡ ਧਾਰ, ਪੇਖਤ ਹੀ ਜਮਰਾਓ ਹਸੇ, ਜਮਤਾ ਹੱਸਦਾ ਹੈ ਕਿ ਮੇਰਾ ਖਾਜਾ ਹੈ ਮੈਂ ਲੈ ਜਾਣਾ ਹੈ। ਕਿਉਂਕਿ ਆਪਣੇ ਦਿਨ, ਹਫ਼ਤੇ, ਮਹੀਨੇ, ਸਾਲੇ ਗਿਣਤੀ ਤੇ ਮਿਣਤੀ ਦੇ ਨੇ। ਇਹਨਾਂ ਅੱਖਰਾਂ ਕਰਕੇ ਵੀ ਉਪਦੇਸ਼ ਜੋ ਸਤਿਗੁਰੂ ਪਾਤਸ਼ਾਹ ਬਖਸ਼ਦੇ ਨੇ ਕਿ ਜਮਾਂ ਦਾ ਪਕੜਿਆ ਹੋਇਆ ਕਿਵੇਂ ਛੁੱਟੇਗਾ, ਆਦ ਬਲਾ ਰਾਤ ਦਿਨ ਤੇਰੀ ਘਟਦੀ ਜਾਂਦੀ ਹੈ। ਬਵੈ ਬੂਝੇ ਨਾਹੀ ਮੂੜੇ, ਭਰਮ ਭੁਲੇ ਤੇਰਾ ਜਨਮ ਗਿਆ, ਅਣਹੋਂਦਾ ਨਾਉ ਤਰਾਇਓ ਪਾਂਦਾ, ਅਵਰਾ ਕਾ ਭਾਰ ਤੁਧ ਲਿਆ। ਪਾਤਸ਼ਾਹ ਕਹਿਣ ਲੱਗੇ ਕਿ ਬੱਬੇ ਅੱਖਰ ਦਾ ਇਹ ਸਿਧਾਂਤ ਹੈ ਪੰਡਿਤ ਜੀ, ਕਿ ਮੂਰਖ ਤੂੰ ਬੁੱਝਦਾ ਨਹੀਂ, ਤੇਰਾ ਭਰਮ ਵਿੱਚ ਭੁੱਲੇ ਹੋਏ ਦਾ ਜਨਮ ਬਤੀਤ ਹੋ ਗਿਆ। ਅਣਹੋਂਦਾ ਹੀ ਤੈਨੇ ਆਪਣਾ ਨਾਮ ਪਾਂਧਾ ਰਖਾ ਲਿਆ। ਤੂੰ ਸਤ ਸਤ ਦੇ ਵਿਚਾਰ ਰੂਪੀ ਹਿਸਾਬ ਤੋਂ ਰਹਿਤ ਹੈ ਪਾਂਧੇ, ਦੂਸਰੇ ਦਾ ਪਾਪ ਰੂਪਾ ਤੈਨੇ ਆਪਣੇ ਸਿਰ ਤੇ ਲੈ ਲਿਆ। ਜਜੈ ਜੋਤ ਹਿਰ ਲਈ ਤੇਰੀ ਮੂੜੇ, ਅੰਤ ਗਿਆ ਪਛਤਾਵੇਂਗਾ, ਏਕ ਸ਼ਬਦ ਤੂੰ ਚੀਨਹਿ ਨਾਹੀ, ਫਿਰ ਪਰ ਜੂਨੀ ਆਵੇਂਗਾ। हे ਮੂਰਖ, ਜੋ ਜੋ ਜੋਤ ਆਤਮ ਗਿਆਤ ਹੈ, ਸੋ ਤੇਰੀ ਅਗਿਆਨ ਨੇ ਚੁਰਾ ਲਈ, ਅਵਿਦਿਆ ਨੇ ਚੁਰਾ ਲਈ। ਅੰਤ ਨੂੰ ਪਰਲੋਕ ਵਿੱਚ ਗਿਆ ਹੋਇਆ ਪਛਤਾਵੇਂਗਾ, ਰੋਵੇਂਗਾ। ਇੱਕ ਸ਼ਬਦ ਅਦੁੱਤੀ ਬ੍ਰਹਮ ਨੂੰ ਤੂੰ ਚੀਨਦਾ ਨਹੀਂ, ਬਾਰੰਬਾਰ ਜੂਨੀ ਜਨਮ ਮਰਨ ਵਿੱਚ ਆਵੇਂਗਾ। ਤੁਧ ਸਿਰ ਲਿਖਿਆ ਸੋ ਪੜ ਪੰਡਤ, ਅਵਰਾਨੋ ਨਾ ਸਿਖਾਲ ਵਿਖਿਆ, ਪਹਿਲਾ ਫਾਹਾ ਪਿਆ ਪਾਂਦੇ, ਪਿੱਛੋਂ ਦੇ ਗੱਲ ਚਾਟੜਿਆ। ਪਾਤਸ਼ਾਹ ਫਰਮਾਉਂਦੇ ਨੇ, ਹੇ ਪੰਡਤ ਜੀ, ਜੋ ਵਿਸ਼ਿਆਂ ਦੇ ਹਿਸਾਬ ਵਿੱਚ ਪ੍ਰਵਿਰਤੀ ਰੂਪ ਲੇਖ ਤੇਰੇ ਸਿਰ ਪਰ ਲਿਖਿਆ ਹੈ, ਸੋ ਤੂੰ ਹੀ ਪੜ੍ਹ, ਦੂਸਰਿਆਂ ਨੂੰ ਵਿਸ਼ਿਆਂ ਦੇ ਹਿਸਾਬ ਦਾ ਹਿਸਾਬ ਨਾ ਸਿਖਲਾ। ਕਿ ਪਾਂਦੇ ਪਹਿਲੇ ਵਿਸ਼ਿਆਂ ਵਿੱਚ ਪ੍ਰਵਿਰਤੀ ਰੂਪ ਫਾਹਾ ਤੇਰੇ ਗਲ ਵਿੱਚ ਪਿਆ, ਤੂੰ ਪੜਿਆ ਹੋਇਆ ਹੈ, ਪਿੱਛੇ ਸੇ ਉਹੀ ਫਾਹਾ ਚਾਟੜਿਆਂ ਨੇ ਗਲ ਵਿੱਚ ਦਿੰਦਾ ਤੂੰ ਪਾਉਂਦਾ ਹੈ। ਸਸੈ ਸੰਜਮ ਗਇਓ ਮੂੜੇ, ਏਕ ਦਾਨ ਤੁਧ ਕੁਥਾਏ ਲਿਆ, ਸਾਈ ਪੁੱਤਰੀ ਜਜਮਾਨ ਕੀ, ਸਾ ਤੇਰੀ ਏਤ ਧਾਨ, ਖਾਧੈ ਤੇਰਾ ਜਨਮ ਗਿਆ। हे ਪੰਡਿਤ ਜੀ,
ਸੱਸੇ ਅੱਖਰ ਦਾ ਇਹ ਤਾਤਪਰਜ ਹੈ ਕਿ हे ਮੂਰਖ, ਤੇਰਾ ਸਭ ਸੰਜਮ ਚਲਾ ਗਿਆ ਹੈ, ਕਿਉਂਕਿ ਇੱਕ ਦਾਨ ਤੈਨੇ ਖੋਟੇ ਸਥਾਨ ਦਾ ਵੀ ਲਿਆ ਹੈ। ਸੋਈ ਜਜਮਾਨ ਦੀ ਕੰਨਿਆ ਹੈ, ਸੋ ਤੇਰੀ ਵੀ ਕੰਨਿਆ ਹੈ। ਕੰਨਿਆ ਦਾਨ ਕਰਾ ਕੇ ਜਜਮਾਨ ਸੇ ਫਿਰ ਜੋ ਤੂੰ ਕੰਨਿਆ ਦੇ ਪਤੀ ਸੇ ਦਾਨ ਲੈਂਦਾ ਹੈ, ਇਸ ਧਾਨ ਦੇ ਖਾਣੇ ਸੀ ਤੇਰਾ ਜਨਮ ਵਿਅਰਥ ਹੋ ਗਿਆ। ਇसी तरह खोटा धन खाते हुए तेरा जन्म ही बतीत हो गया। पातशाह कहन लगे उस पंडित नूं, मैं मत घिर लई तेरी मूड़े, हो मैं बड़ा रोग पया। अंतर आत्मै ब्रह्म ना चीनिया, माया का मोहताज पया। पातशाह कहन लगे गुरु अमरदास महाराज जी, हे मूर्ख पंडित, तेरी बुद्धि हौमे ने चुरा ली, तू हौमे विच हंकार विच विचरदा है। ये हंकार ही तैनू बड़ा रोग हो गया। असाध रोग जिसका कोई दारू ना होवे उसनू असाध रोग कहते हैं। मन दे विच आप नू ब्रह्म रूप नहीं तू जानिया, माया दा कीता होया दीन हुंदा पिया है। ककै काम क्रोध भरम ओह मूड़े, ममता लागे तुद हर विसरिया। पढ़े गुणे तू बहुत पुकार, बिन बूझे तू डूब मोआ। कक्के अखर का यह सिद्धांत है कि काम क्रोध करके भरम होया है तैनू। हे मूर्ख, ममता विच लगे हुए ने, परमेश्वर नू भुला दिता। शास्त्रां नूं पढ़दा है, गुणता विचारदा भी है, बहुत पुकारदा लोकां नूं भी सुणाउंदा है। तू तिन्हां दी सिद्धांत बूझे तो बिना तू इस संसार समुद्र विच डुब मरिया है। ततै तामस जल ओ मूड़े, तथै थान भ्रष्ट होआ। घग्गै कर कर फिरहीं तू मूड़े, ददै दान ना तुद लिया। तत्ते अखर का यह सिद्धांत है कि मूर्ख, तू तमो गुण करके जल गया है। इस करके तू अपने स्थान तो भ्रष्ट हो गया, स्वरूप तो गिर गया। घग्गे का सिद्धांत हे मूर्ख, तू घर घर में घूमदा फिरदा है। ददे का सिद्धांत तैने गुरु तो नाम दान नहीं लिया। पपै पार न पवई मूड़े, पर पंच तू पलच रहया। सच्चै आप खोआयो मूड़े, एहो सिर तेरे लेख बया। पप्पे अखर का सिद्धांत है हे मूर्ख, जिस परपंच विच तू फसिया है, बड़ा मोह है तेरा संबंधियां नाल परपंच नाल। इस भव जल ते तू पार नहीं पवेगा। ये मूर्ख, सच्चे परमात्मा ने अपनी औल से तेनू आप भुला दिता, सो तेरे सिर पर यही लेख पै गए। भवै भव जल डूबो मूड़े, माया बिच गलतान पया। गुर प्रसादी एको जान, एक घड़ी मैं पार पया। भब्बे अखर का यह सिद्धांत है। गुरु अमरदास महाराज जी पांधा जी नूं कहन लगे, हे मूर्ख पांधे, तू भव जल विच डुब गया है, क्योंकि माया विच जो गलतान हो रहा है। जेकर गुरु की कृपा ते तू एक ही नूं जाने, तू एक दा बन जावें, एक दी टेक जपे एक नूं, क्षण एक दी लवें, तो संसार समुद्र तो आप तो एक घड़ी विच पार पिया हो जाणिया जान। वाह वै वारी आईया मूड़े, वासदेव तुद विसरिया। यह वेला ना लह सह मूड़े, फिर तू जम कै वस पया। बाबे अखर द्वारे सतगुरु फरमाउंदे ने कि बूढ़े, ये मनुख जन्म तेरे तरने की वारी आ गई सी, क्योंकि आपां नूं एक वारी मिली है। ये मनुखा जन्म एक वारी है,
ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੀ ਪਾਵਨ ਬਚਨ ਨੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਵਾਰੀ ਹੈ ਮਿਲਣ ਦੀ। ਮਨੁੱਖਾ ਜਨਮ ਦੀ ਇੱਕ ਵਾਰੀ ਦਿੱਤੀ ਹੈ ਤਰਨ ਦੀ, ਜਦੋਂ ਕੋਈ ਇੱਕ ਵਾਰ ਦੀ ਵਾਰੀ ਮਿਲੇ ਤੇ ਮਨੁੱਖ ਮੁਸ਼ੱਕਤ ਘਾਲਦਾ ਹੈ ਕਿ ਇੱਕ ਵਾਰੀ ਹੈ, ਦੁਬਾਰਾ ਨਹੀਂ ਮਿਲਣੀ। ਪਰ ਮਨੁੱਖ ਬੇਖੌਫ ਬੇਡਰ ਹੋ ਗਿਆ, ਇਸਨੇ ਜਾਣਿਆ ਹੀ ਨਹੀਂ ਕਿ ਵਾਰੀ ਦਿੱਤੀ ਹੈ ਉਸ ਪਰਮੇਸ਼ਰ ਨੇ ਇੱਕ ਵਾਰ। ਭਗਤ ਕਬੀਰ ਜੀ ਮਹਾਰਾਜ ਜੀ ਦੇ ਵੀ ਪਾਵਨ ਬਚਨ ਨੇ, ਕਬੀਰ ਇਹ ਜਨਮ ਦੁਰਲਭ ਮਿਲਿਆ ਹੈ। ਭਗਤ ਜੀ ਕਹਿੰਦੇ ਨੇ, ਵੀਰ ਮਾਨਸ ਜਨਮ ਦੁਰਲਭ ਹੈ ਹੋਏ ਨਾ ਵਾਰੈ ਵਾਰ, ਜੋ ਬਨ ਫਲ ਪਾ ਕੇ ਭੋਏ ਗਿਰੇ ਬਹੁ ਨਾ ਲਾਗੇ ਡਾਰ। ਇਹ ਮਾਨਸ ਜਨਮ ਦੁਰਲਭ ਮਿਲਿਆ, ਦੁਬਾਰਾ ਨਹੀਂ। ਜਿਵੇਂ ਪੱਕੀ ਹੋਈ ਫਲ ਡਿੱਗ ਜਾਂਦੀ ਨਹੀਂ ਰੁੱਖਾਂ ਨਾਲੋਂ, ਦੁਬਾਰਾ ਜੜੇ ਨਹੀਂ ਜਾਂਦੇ। ਇੱਕ ਵਾਰ ਦੀ ਇਹ ਵਾਰੀ ਮਿਲੀ ਹੈ। ਪਾਤਸ਼ਾਹ ਫਰਮਾਉਂਦੇ ਨੇ, ਵਾਹ ਵੈ ਵਾਰੀ ਆਈਆ ਮੂੜੇ, ਵਾਸੁਦੇਵ ਤੁਧ ਵੀਸਰਿਆ। ਇਹ ਮਨੁੱਖਾ ਜਨਮ ਦੀ ਤਰਨੇ ਦੀ ਤੈਨੂੰ ਵਾਰੀ ਆ ਗਈ ਸੀ, ਤੂੰ ਇਸ ਵਿੱਚ ਵੀ ਤੂੰ ਵਾਸੁਦੇਵ ਪਰਮਾਤਮਾ ਤੇਰੀ ਤੋਂ ਭੁੱਲ ਗਿਆ, ਤੂੰ ਮਾਇਆ ਵਿੱਚ ਲੱਗ ਗਿਆ, ਪਦਾਰਥਾਂ ਵਿੱਚ, ਸੰਬੰਧੀਆਂ ਦੀ ਮੋਹ ਵਿੱਚ ਆਪਣੀ ਯਾਦ ਵਾਲਾ ਬਤੀਤ ਕਰ ਦਿੱਤੀ। ਹੇ ਮੂਰਖ, ਜਬ ਤੂੰ ਜਮਾਂ ਦੇ ਵਸ ਪੈ ਜਾਵੇਂਗਾ, ਗਲ ਵਿੱਚ ਸੰਗਲ ਪਹਿਣਗੇ, ਫਿਰ ਇਹ ਮਨੁੱਖ ਜਨਮ ਵੇਲਾ ਨਹੀਂ ਮਿਲੇਗਾ। ਝੱਜੈ ਕਦੇ ਨਾ ਝੂਰੇ ਮੂੜੇ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ। ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਕਿ ਭਾਈ ਝੱਜੇ ਅੱਖਰ ਦਾ ਇਹ ਸਿਧਾਂਤ ਹੈ ਕਿ ਹੇ ਮੂਰਖ, ਫਿਰ ਤੂੰ ਕਦੇ ਵੀ ਨਹੀਂ ਝੂਰੇਗਾ। ਸਤਿਗੁਰੂ ਦਾ ਉਪਦੇਸ਼ ਸੁਣ ਕੇ ਤੂੰ ਭੇਖ ਉਪਦੇਸ਼ ਦਾ ਆਨੰਦ ਆਵੇ ਤਾਂ ਫਿਰ ਸੁਣੀ, ਕਦਮ ਸੇ ਢਲ ਕਰਕੇ ਗੁਰੂ ਦਾ ਉਪਦੇਸ਼ ਸੁਣ। ਰੰਚਕ ਮਾਤਰ ਤੋਂ ਸੁਣ, ਗੁਰੂ ਉਪਦੇਸ਼ੀ ਗੁਰਮਤੀਆ ਬਣ। ਕਿਉਂਕਿ ਬਿਨਾਂ ਸਤਿਗੁਰੂ ਤੇ ਕੋਈ ਵੱਡਾ ਨਹੀਂ ਹੋਇਆ। ਜੋ ਨਿਗੁਰਾ ਪੁਰਸ਼ ਹੈ ਤੇ ਇਸ ਦਾ ਤਾਂ ਨਾਮ ਲੈਣਾ ਵੀ ਬੁਰਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਕਿਉਂਕਿ ਗੁਰੂ ਵਾਲੇ ਬਣੀਏ, ਠੰਡੇ ਵਾਟੇ ਦਾ ਅੰਮ੍ਰਿਤ ਛਕੀਏ, ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾਈਏ। ਪੀਵੋ ਪੌਲ ਖੰਡ ਧਾਰ ਹੋਏ ਜਨਮ ਸਹੇਲਾ, ਤਦੈ ਧਾਵਤ ਵਰਜ ਰਖ ਮੂੜੇ। ਅੰਤਰ ਤੇਰੈ ਨਿਧਾਨ ਪਿਆ, ਗੁਰਮੁਖ ਹੋਵੈ ਤਾਂ ਹਰ ਰਸ ਪੀਵੈ। ਜੁਗਾ ਜੁਗੰਤਰ ਖਾਏ ਪਿਓ। ਇਹ ਮੂਰਖ ਤੂੰ ਧਾਮ ਦੇ ਮਨ ਨੂੰ ਰੋਕ ਰੱਖ। ਤੇਰਾ ਮਨ ਕੈਸਾ ਹੈ, ਖਿਨ ਮਾਸਾ ਖਿਨ ਤੋਲੇ ਹੋ ਜਾਂਦਾ ਹੈ। ਖਿਨ ਪਲ ਵਿੱਚ ਚਾਰੋਂ ਦਿਸ਼ਾਵਾਂ ਵਿੱਚ ਪਹੁੰਚ ਜਾਂਦਾ ਹੈ। ਸਰਬ ਨਿਧਾਂ ਦਾ ਘਰ ਸਾਖੀ ਰੂਪ ਚੇਤਨ ਤੇਰੇ ਅੰਦਰ ਹੀ ਪਿਆ ਹੈ, ਵਿਰਾਜਮਾਨ ਹੈ। ਜੇ ਕਹੇ ਅੰਤਰਗਤ ਹਰੀ ਹੈ ਤਾਂ ਉਸ ਦਾ ਆਨੰਦ ਕਿਉਂ ਨਹੀਂ ਮਿਲਦਾ? ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਹੋਵੈ ਤਾਂ ਖਾਦ ਰਸ ਪੀਵਹਿ, ਜੁਗਾ ਜੁਗੰਤਰ ਖਾਹੇ ਪਿਆ। ਜਬ ਕੋਈ ਗੁਰਮੁਖ ਬਣੇ, ਭਾਵ ਗੁਰੂ ਵਾਲਾ, ਗੁਰੂ ਉਪਦੇਸ਼ੀ ਗੁਰਮਤੀਆ ਬਣੇ, ਤਬ ਹਰੀ ਦੇ ਰਸ ਨੂੰ ਪਾਣ ਕਰਦਾ ਹੈ। ਜੁਗਾਂ ਜੁਗੰਤਰਾਂ ਵਿੱਚ ਪੜਾ ਖਾਏਗਾ ਜੋ ਗੁਰੂ ਵਾਲਾ ਬਣੇਗਾ। ਗਗੈ ਗੋਬਿੰਦ ਚਿਤ ਕਰ ਮੂਲੇ, ਗਲੀ ਕਿਨੇ ਨਾ ਪਾਇਆ। ਗੁਰ ਕੈ ਚਰਨ ਹਿਰਦੈ ਵਸਾਏ, ਮੂੜੇ ਪਿਛਲੇ ਗੁਨਹ ਸਭ ਬਖਸ਼ ਲਿਓ। हे ਮੂਰਖ, ਜੋ ਗੋਬਿੰਦ ਨੂੰ ਪਾਉਣਾ ਹੈ, ਮੇਰੇ ਵਾਹਿਗੁਰੂ ਦੀ ਪ੍ਰਾਪਤੀ ਤੋਂ ਯਾਦ ਕਰ, ਬਿਨਾਂ ਚਿੰਤਨ ਤੋਂ ਬਾਤਾਂ ਤੇ ਕਿਸੇ ਨੇ ਨਹੀਂ ਪਾਇਆ। ਜਦ ਤੱਕ ਜਪਿਆ ਹੀ ਨਹੀਂ ਕਿਵੇਂ ਮਿਲੇਗਾ? ਇਹ ਮੂਰਖ, ਗੁਰੂ ਦੇ ਚਰਨ ਆਪਣੇ ਹਿਰਦੇ ਵਿੱਚ ਵਸਾ ਤਾਂ ਪਿਛਲੇ ਔਗੁਣਾਂ ਨੂੰ ਬਖਸ਼ਾ ਲਵੇਂਗਾ, ਤੋ ਗੁਰ ਸ਼ਬਦੀ ਗੁਰਮਤੀਆ ਹੋ ਜਾਵੇਗਾ। ਖਾ ਹੈ ਹਰ ਕਥਾ ਬੂਝ ਤੂੰ ਮੂੜੇ, ਤਾਂ ਸਦਾ ਸੁਖ ਹੋਈ।
ਮਨ ਮੁਖ ਪੜ੍ਹੇ ਤੇਤਾ ਦੁਖ ਲਾਗੈ, ਬਿਨ ਸਤਿਗੁਰ ਮੁਕਤ ਨਾ ਹੋਈ। ਰਾਰੈ ਰਾਮ ਚਿਤ ਕਰ ਮੂੜੇ, ਹਿਰਦੈ ਜਿਨ ਕੈ ਰਵ ਰਹਿਆ। ਗੁਰ ਪ੍ਰਸਾਦੀ ਜਿਨੀ ਰਾਮ ਪਛਾਤਾ, ਨਿਰਗੁਣ ਰਾਮ ਤਿਨੀ ਬੂਝ ਲਿਆ। ਤੇਰਾ ਅੰਤ ਨ ਜਾਈ ਲਖਿਆ, ਅਕਥ ਨ ਜਾਈ ਹਰ ਕਥਿਆ। ਨਾਨਕ ਜਿਨ ਕੋ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਪਾਤਸ਼ਾਹ ਫਰਮਾਉਂਦੇ ਨੇ ਕਿ ਵਾਹਿਗੁਰੂ ਤੇਰਾ ਸੁਆਮੀ ਜੋ ਹਰੀ ਹੈ ਖੇ ਭਾਈ, ਤਿਸ ਦਾ ਅੰਤ ਲਖਿਆ ਨਹੀਂ ਜਾਂਦਾ। ਅਕਥ ਹੈ ਮੇਰਾ ਵਾਹਿਗੁਰੂ ਪਰਮੇਸ਼ਰ, ਬਾਣੀ ਕਰਕੇ ਇੰਦਾ ਕਰਕੇ ਕਥਨ ਨਹੀਂ ਕੀਤਾ ਜਾਂਦਾ। ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਬਚਨ ਕਹਿੰਦੇ ਨੇ, ਨਾਨਕ ਜਿਨ ਕੋ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਗਿਆ, ਤਿਨਾਂ ਦੇ ਸ਼ੁਭਾਂ ਸ਼ੁਭ ਕਰਮ ਦਾ ਲੇਖ ਨਿਬੜ ਗਿਆ। ਭਾਵ ਉਹ ਜਗਿਆਸੂ ਮਨੁੱਖ ਸਤ ਸੰਗੀ ਜਨਮ ਤੇ ਮਰਨ ਤੋਂ ਰਹਿਤ ਹੋ ਗਏ। ਸਤਿਗੁਰੂ ਦੇ ਉਪਦੇਸ਼ ਤੇ ਚੱਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ। ਨਾਮ ਨੂੰ ਜਪੀਏ, ਗੁਰੂ ਵਾਲੇ ਬਣੀਏ, ਸੰਗ ਕਰੀਏ ਸਤਿਪੁਰਸ਼ਾਂ ਦਾ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇਗਾ। ਹੇ ਅਚੁਤ ਹੇ ਪਾਰ ਬ੍ਰਹਮ, ਅਬਨਾਸੀ ਅਗਨਾਸੀ।